ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਅਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਹਰ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਦੇ ਰੂਪ ਵਿੱਚ ਪਾਠ ਕਰਦਾ ਹੈ। ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਦੀ ਬਾਣੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਸਤਿਗੁਰੂ ਜੀ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਹੈ। ਜਾਪ ਸਾਹਿਬ ਦੀ ਬਾਣੀ ਵਿੱਚੋਂ ਅੱਜ ਦਾ ਜੋ ਪਾਠ ਆਪ ਜੀ ਨੇ ਸਰਵਨ ਕੀਤਾ ਹੈ ਔਰ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਬਾਣੀ ਵਿੱਚ ਬਾਰ-ਬਾਰ ਅਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ। ਜਿੱਥੇ ਗੁਰੂ ਸਾਹਿਬ ਜੀ ਆਪ ਬਾਰ-ਬਾਰ ਨਮਸਕਾਰ ਕਰ ਰਹੇ ਨੇ, ਉੱਥੇ ਸਾਨੂੰ ਦੁਨਿਆਵੀ ਮਨੁੱਖੀ ਸੰਸਾਰੀ ਜੀਵਾਂ ਨੂੰ ਵੀ ਸਮਝਾ ਰਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕਰੋ, ਜੋ ਸਰਬ ਕਲਾ ਸਮਰੱਥ ਹੈ, ਜੋ ਸਾਡੀ ਸਿਰਜਣਾ ਕਰਨ ਵਾਲਾ ਸਿਰਜਣਹਾਰ ਹੈ, ਜੋ ਪਾਲਣ ਵਾਲਾ ਪਾਲਣਹਾਰ ਹੈ, ਕਿਰਪਾ ਕਰਨ ਵਾਲਾ ਕਿਰਪਾਲ ਹੈ। ਅਸੀਂ ਜਿੰਨਾ ਉਸ ਮਾਲਕ ਅੱਗੇ ਨਿਵ ਕੇ ਨਮਸਕਾਰ ਕਰਾਂਗੇ, ਉਨੀਆਂ ਹੀ ਬਖਸ਼ਿਸ਼ਾਂ ਸਾਨੂੰ ਵਾਹਿਗੁਰੂ ਜੀ ਦੇ ਘਰ ਵਿੱਚੋਂ ਪ੍ਰਾਪਤ ਹੋਣਗੀਆਂ। ਪਰ ਦੋ ਤਰ੍ਹਾਂ ਦੇ ਪ੍ਰਾਣੀ ਸੰਸਾਰ ਵਿੱਚ ਹੁੰਦੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਅਸੀਂ ਆਸਤਕ ਆਖਦੇ ਹਾਂ, ਇੱਕ ਉਹ ਜਿਨ੍ਹਾਂ ਨੂੰ ਨਾਸਤਕ ਆਖਦੇ ਹਾਂ। ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਗੁਰਮੁਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇੱਕ ਅਕਾਲ ਪੁਰਖ ਤੋਂ ਸਿਵਾ ਕਿਸੇ ਹੋਰ ਅੱਗੇ ਅਰਦਾਸ ਬੇਨਤੀ ਨਹੀਂ ਤੇ ਇੱਕ ਅਕਾਲ ਪੁਰਖ ਤੋਂ ਸਿਵਾ ਕਿਸੇ ਹੋਰ ਅੱਗੇ ਸੀਸ ਨਹੀਂ ਨਿਵਾਉਣਾ। ਪਰ ਮਨਮੁਖ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਇਸ ਲਈ ਉਹ ਥਾਂ-ਥਾਂ ਤੇ ਹਰ ਜਗ੍ਹਾ ਤੇ ਆਪਣਾ ਸੀਸ ਨਿਵਾਉਂਦਾ ਹੈ। ਉਹ ਸਵਾਰਥੀ ਵੀ ਹੈ, ਪਦਾਰਥਵਾਦੀ ਵੀ ਹੈ, ਜਿਸ ਕਰਕੇ ਉਹ ਆਪਣੇ ਸਵਾਰਥ ਲਈ ਜਿੱਥੇ ਵੀ ਉਹਨੂੰ ਕਿਸੇ ਨੇ ਕਿਹਾ ਉੱਥੇ ਹੀ ਉਹ ਆਪਣਾ ਸੀਸ ਨਿਵਾ ਕੇ ਦੁਨਿਆਵੀ ਤਲ ਤੇ ਨਮਸਕਾਰਾਂ ਕਰਦਾ ਰਹਿੰਦਾ ਹੈ। ਪਰ ਜਿਹਨੇ ਸਿਰਜਣਾ ਕਰਕੇ ਇਹ ਬਖਸ਼ਿਸ਼ਾਂ ਦਿੱਤੀਆਂ, ਅਕਾਲ ਪੁਰਖ ਪਰਮੇਸ਼ਵਰ ਨੂੰ ਨਮਸਕਾਰ ਨਹੀਂ ਕਰਦਾ।
क्योंकि मनमुख नूं सोझी नहीं, मनमुख नूं समझ नहीं। पर गुरमुख नूं इस गल दी सोझी आ जाती है। इसलिए वो कहता भी भावें मेरा सिर जिहड़ा सिर ला दिओ, भावें मेरा खोपर ला दिओ, पर मेरा सीस जे झुकेगा तो अकाल पुरख वाहिगुरु जी अगे ही झुकेगा। फिर उन्होंने परवाह भी कोई नहीं की, जिन्होंने समझ आ गई। इसलिए असी गुरु गोबिंद सिंह महाराज जी वल्लों उचारण की हुई ये जाप साहब की बाणी द्वारा बार बार परमेश्वर नूं अकाल पुरख जी नूं असी नमस्कार करके उन्हां दे गुण गाउणे ने। नमस्कार भी है ते नाल नाल गुण भी ने कि क्यों नमस्कार करनी है, किहड़े किहड़े गुण ने मेरे मालक दे विच, किहड़ियां किहड़ियां बख्शिशां ने, किहड़े किहड़े रूप विच वो किरपा वरताउंदा है। जदों ये गल समझ आएगी ताही असीं बार बार नमस्कार कर सकांगे। अज दे बचनां विच गुरु गोबिंद सिंह महाराज जी जदों सुरत जुड़ी है ते अकाल पुरख जी अगे उन्हां दा ध्यान धर के कह रहे ने, नमो सर्ब रोगे नमो सर्ब भोगे। नमो नमस्कार है, हे वाहिगुरु जी तुहानू नमस्कार है। सर्ब रोगे, हुण इहनूं थोड़ा जिहा समझ के चलिओ। परमेश्वर तां साडे रोग कटदा है, परमेश्वर ने तां साडे दुख कटने ने, रोग कटने ने, पर इत्थे कह रहे आ सर्ब रोगे भी सारे दे सारे रोग तेरे ने। फिर बेनती नूं समझ लेना, क्योंकि कोई शक नहीं है कि जे फुल परमात्मा ने बनाया ते कंडे भी उन्हें ही बनाए ने। कंडे भी जिहड़े आ उहदे ही बनाए हुए ने। जे अंब दा फल मिठा उन्हें बनाया है ते निम दी कड़वाहट भी उन्हें ही बनाई है। जे असीं देखदे हां भी अमृत रस वर्गे जिहड़े फल ने, पर कई ऐसे भी ने जिहड़े जहरीले ने। जहरीले भी उन्हें ही बनाए ने ते अमृत रस नाल भरपूर भी उन्हें ही बनाए आ। फुल भी उहदे ही बनाए ने ते कंडे भी उहदे ही बनाए ने। ये त्रै गुणी माया भी उस अकाल पुरख दी बनाई हुई है। हुण ध्यान रखना, असीं अमृत बाणी विच पढ़दे हां, परमेश्वर दिता बन्ना दुख रोग का डेरा भन्ना। दुख ते रोग दे डेरे भन्ने जांदे आ। सर्व रोग का औखद नाम, परमेश्वर दा नाम सारे ही रोगां नूं कट्टण वाला है, जिहदे विच सारे ही रोग कट्टे जांदे ने। पर रोग का भी ध्यान रखियो, दो प्रकार दे हुंदे ने, एक मन दे तल ते एक शरीर दे तल ते। गल इत्थे मानसिक तल दी हो रही है। काम क्रोध लोभ मोह अहंकार, जिहदे विचों हौमै दीर्घ रोग है। हौमे एक बीमारी है, तृष्णा का भी एक रोग है, तृष्णा भी एक बीमारी है। और एक पासे असीं अमृत बाणी विच पढ़दे हां, परमेश्वर ते भुल्लियां व्यापन सभे रोग। हुण एक मनमुख है, एक गुरमुख है। गुरमुख इन्हां सारे ही रोग तो रहत है, काम क्रोध लोभ मोह अहंकार तो रहत है। मनमुख इहदे विच सारे ही रोग ने, सारियां ही बीमारियां ने। हुण सर्ब रोगे, हे मालक जी, जिहड़ा तां गुरमुख सी उहदे तां दुख रोग दा डेरा भन्न दिता, उहनूं तां तुसीं रोग तो रहत कर दिता। पर जिहड़ा परमेश्वर ते भुल्लिया, जिहड़ा तुहानूं भुल गया, जिन्हें तुहाडा परमार्थ दा रस्ता त्याग दिता, उहनूं जिहड़े रोग लगे आ वो भी तुहाडे हुक्म विच लगे ने। तुहाडे हुक्म दे विच ही ये रोग लगदे ने ते तुहाडे हुक्म दे विच ही रोग मिटदे ने। काम क्रोध लोभ मोह हंकार भी जे लगा है ते असीं तुहाडे दर तो विछड़ गए,
ਪਰਮੇਸ਼ਰ ਤੇ ਭੁੱਲਿਆ ਅਸੀਂ ਤੁਹਾਨੂੰ ਭੁਲਾ ਦਿੱਤਾ। ਔਰ ਜਦੋਂ ਅਸੀਂ ਤੁਹਾਡੇ ਰਾਹ ਤੋਂ ਭਟਕ ਗਏ, ਅਸੀਂ ਭੁੱਲ ਗਏ ਤੁਹਾਨੂੰ, ਫਿਰ ਤੁਹਾਡੇ ਹੁਕਮ ਵਿੱਚ ਫਿਰ ਸਾਨੂੰ ਰੋਗ ਵੀ ਲੱਗੇ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹ ਕੇ ਆਏ ਹਾਂ ਵੀ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਹੈ, ਪਰ ਇਹ ਵੀ ਉਸ ਮਾਲਕ ਦੀ ਦਾਤ ਹੈ। ਦੁੱਖ ਔਰ ਭੁੱਖ ਦੀ ਮਾਰ ਕਿਉਂ ਪੈਂਦੀ ਹੈ? ਅਸੀਂ ਇਹ ਦਾਤ ਸਮਝ ਕੇ ਕਿਉਂ ਕਬੂਲਣਾ? ਕਿਉਂਕਿ ਅਸੀਂ ਉਹਨੂੰ ਵਿਸਾਰ ਦਿੱਤਾ, ਭੁਲਾ ਦਿੱਤਾ। ਉਹਨੇ ਹਲੂਣਾ ਦੇਣ ਵਾਸਤੇ, ਚੋਟ ਦੇਣ ਵਾਸਤੇ, ਸਾਨੂੰ ਸੁਧਾਰਨ ਵਾਸਤੇ, ਸਾਨੂੰ ਸਮਝਾਉਣ ਵਾਸਤੇ ਪਰਮੇਸ਼ਵਰ ਨੇ ਦੁੱਖ ਔਰ ਭੁੱਖ ਦੀ ਮਾਰ ਦੇ ਕੇ ਇਹ ਦਾਤ ਦਿੱਤੀ ਵੀ ਤੈਨੂੰ ਸਮਝ ਆ ਜਾਏ, ਤੂੰ ਸੰਭਲ ਜਾਏ। ਜੇ ਦੇਖੋ ਮਾਂ-ਬਾਪ ਆਪਣੇ ਬੱਚੇ ਨੂੰ ਗੁੱਸੇ ਵਿੱਚ ਆ ਕੇ ਝਿੜਕ ਵੀ ਦਿੰਦੇ ਆ ਤੇ ਉਹਨੂੰ ਚਪੇੜ ਵੀ ਮਾਰ ਦਿੰਦੇ ਆ ਤੇ ਉਹਦੇ ਭਲੇ ਵਾਸਤੇ ਹੀ ਹੈ ਨਾ, ਉਹਦੇ ਮਾੜੇ ਵਾਸਤੇ ਨਹੀਂ ਹੈ। ਜੇ ਪਰਮੇਸ਼ਵਰ ਨੇ ਸਾਨੂੰ ਆ ਰੋਗ ਲਾਏ ਜਾਂ ਦੁੱਖ ਭੁੱਖ ਦੀ ਮਾਰ ਦਿੱਤੀ ਹੈ, ਇਹ ਸਾਨੂੰ ਸਮਝਾਉਣ ਵਾਸਤੇ ਹੈ ਕਿ ਬੰਦਿਆ ਹਜੇ ਵੀ ਸਮਾਂ ਹੈ, ਸੰਭਲ ਜਾ, ਹਜੇ ਵੀ ਵਕਤ ਹੈ, ਤੂੰ ਸੰਭਲ ਜਾ, ਨਹੀਂ ਤੇ ਇਹ ਭਿਆਨਕ ਰੋਗ ਤੈਨੂੰ ਖਾ ਜਾਣਗੇ, ਇਹ ਤੇਰੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੇ। ਜੇ ਉਹ ਹਲੂਣੇ ਦਿੰਦੇ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਸਾਨੂੰ ਹਲੂਣੇ ਦਿੰਦੇ ਆ, ਪਰ ਜਿਹੜਾ ਸੰਭਲ ਗਿਆ ਉਹ ਇਹਨਾਂ ਰੋਗਾਂ ਤੋਂ ਛੁਟਕਾਰਾ ਪਾ ਲੈਂਦਾ ਹੈ, ਤੇ ਜਿਹੜਾ ਨਹੀਂ ਸੰਭਲਿਆ ਉਹ ਫਿਰ ਇਹਨਾਂ ਰੋਗਾਂ ਵਿੱਚ ਹੀ ਗ੍ਰਸਤ ਰਹਿੰਦਾ ਹੈ। ਜੇ ਸਰਬ ਰੋਗ ਲੱਗੇ ਨੇ ਤੇ ਸਰਬ ਰੋਗ ਦਾ ਛੁਟਕਾਰਾ ਵੀ ਤੇ ਉਹਦੇ ਕੋਲੋਂ ਹੀ ਹੈ, ਉਹਦਾ ਇਲਾਜ ਵੀ ਪਰਮੇਸ਼ਵਰ ਕੋਲੋਂ ਹੀ ਹੈ। ਤੇ ਇਲਾਜ ਕਰਦਿਆਂ ਉਹ ਨਾਲ ਨਾਲ ਦੱਸਦੇ ਵੀ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੈ। ਨਾਲ ਨਾਲ ਇਹ ਵੀ ਦੱਸਦੇ ਨੇ ਕਿ ਉਸ ਰੋਗ ਤੋਂ ਤੂੰ ਰਹਿਤ ਕਿਵੇਂ ਹੋਣਾ। ਇਸ ਲਈ ਮਹਾਰਾਜ ਜੀ, ਜੇ ਸਾਰੇ ਰੋਗ ਸਾਨੂੰ ਲੱਗੇ ਨੇ ਉਹਦੇ ਵਿੱਚ ਵੀ ਤੁਹਾਡਾ ਕੋਈ ਕਸੂਰ ਨਹੀਂ, ਕਸੂਰ ਸਾਡਾ ਹੀ ਹੈ, ਕਿਉਂਕਿ ਅਸੀਂ ਤੁਹਾਨੂੰ ਭੁਲਾ ਦਿੱਤਾ। ਮਾਇਆਵੀ ਦੁਨੀਆ ਦੇ ਵਿੱਚ ਅਸੀਂ ਰਹਿ ਕੇ ਪਰਮੇਸ਼ਵਰ ਨੂੰ ਭੁਲਾ ਦਿੱਤਾ। ਖਾਣਾ ਪੀਣਾ, ਹੱਸਣਾ ਸੋਣਾ, ਇਹ ਸਾਡੇ ਲਈ ਰੋਗ ਬਣ ਗਿਆ। ਜਾਂ ਰੋਜ਼ ਆਪਾਂ ਪੜ੍ਹਦੇ ਹਾਂ, ਜਦੋਂ ਸੋਧਰ ਦੀ ਬਾਣੀ ਪੜ੍ਹਦੇ ਹੋ ਤੇ ਕੀ ਪੜ੍ਹਦੇ ਹਾਂ ਆਪਾਂ? ਦੁੱਖ ਦਾਰੂ ਸੁਖ ਰੋਗ ਪਿਆ। ਜਿਹੜਾ ਸੁੱਖ ਸੀ ਨਾ ਉਹ ਸਾਡੇ ਲਈ ਰੋਗ ਬਣ ਗਿਆ, ਦੁੱਖ ਜਿਹੜਾ ਸੀ ਉਹ ਸਾਡੇ ਲਈ ਦਾਰੂ ਬਣ ਗਿਆ। ਦੁੱਖ ਵੇਲੇ ਬੜਾ ਚਿੱਤ ਕਰਦਾ ਵੀ ਪਾਠ ਕਰੀ ਜਾਈਏ, ਕਰੀ ਜਾਈਏ। ਦੁੱਖ ਵੇਲੇ ਮਨ ਕਹਿੰਦਾ ਵੀ ਤੂੰ ਗੁਰੂਦੁਆਰੇ ਜਾ ਤੇ ਕਿੰਨਾ ਕਿੰਨਾ ਚਿਰ ਬੈਠਾ ਰਹਿ, ਬਾਣੀ ਪੜ੍ਹਦਾ ਰਹਿ, ਸੁਣਦਾ ਰਹਿ। ਉਹ ਦੁੱਖ ਦਾਰੂ ਬਣ ਗਿਆ ਨਾ। ਤੇ ਸੁੱਖ ਰੋਗ ਪਿਆ। ਸੁੱਖ ਵੇਲੇ ਕੀ ਹੋਇਆ? ਸੁੱਖ ਵੇਲੇ ਬੰਦੇ ਦਾ ਮਨ ਅਵੇਸਲਾ ਹੋ ਗਿਆ, ਛੱਡੋ ਕੀ ਜਾਣਾ ਗੁਰੂਦੁਆਰੇ। ਉਦੋਂ ਤੇ ਕਿੰਨੇ ਕਿੰਨੇ ਪਾਠ ਜਿਹੜਾ ਸੀ ਦੁੱਖ ਦੀ ਘੜੀ ਵਿੱਚ ਕਰ ਗਿਆ, ਸੁੱਖ ਵੇਲੇ ਇੱਕ ਵੀ ਜਪਜੀ ਸਾਹਿਬ ਦਾ ਪਾਠ ਕਰਨਾ ਔਖਾ ਹੋ ਗਿਆ। ਦੁੱਖ ਦੀ ਘੜੀ ਵਿੱਚ ਕਿੰਨੇ ਕਿੰਨੇ ਘੰਟੇ ਬੈਠ ਕੇ ਸਤਸੰਗ ਕਰਦਾ ਰਿਹਾ, ਹੁਣ 2 ਮਿੰਟ ਵੀ ਬੈਠਣਾ ਔਖਾ ਲੱਗਦਾ ਹੈ, ਕਿਉਂਕਿ ਸੁੱਖ ਰੋਗ ਬਣ ਗਿਆ। ਪਹਿਲੇ ਅੰਮ੍ਰਿਤ ਵੇਲੇ ਵੀ ਜਾਗ ਆ ਜਾਂਦੀ ਸੀ, ਅੱਧੀ ਰਾਤ ਨੂੰ ਵੀ ਉੱਠ ਕੇ ਧਿਆਉਣ ਲੱਗ ਜਾਂਦਾ ਸੀ। ਹੁਣ ਸੂਰਜ ਸਿਖਰ ਤੇ ਚੜਿਆ ਤਾਂ ਵੀ ਅੱਖ ਨਹੀਂ ਖੁੱਲਦੀ, ਹੁਣ ਸੁੱਖ ਰੋਗ ਬਣ ਗਿਆ। ਅਸਲ ਵਿੱਚ ਇਹ ਜਿਹੜੇ ਦੁਨਿਆਵੀ ਸੁੱਖ ਸੀ, ਇਹੀ ਸਾਡੇ ਰੋਗ ਦਾ ਕਾਰਨ ਬਣ ਗਏ। ਅਸੀਂ ਜਿੱਦਾਂ ਦਾ ਆਪਣਾ ਜੀਵਨ ਬਣਾਇਆ, ਮਾਲਕ ਨੇ ਉਦਾਂ ਦਾ ਹੀ ਫਲ ਲਾ ਦਿੱਤਾ। ਜੇ ਅਸੀਂ ਜੀਵਨ ਆਪਣਾ ਉਸ ਮਾਲਕ ਦੇ ਹੁਕਮ ਅਨੁਸਾਰ ਰੱਖਾਂਗੇ, ਉਹ ਅਰੋਗ ਰੱਖੇਗਾ। ਜੇ ਉਹਦੇ ਤੋਂ ਅਸੀਂ ਮੁਨਕਰ ਹੋਵਾਂਗੇ, ਫਿਰ ਉਹ ਰੋਗੀ ਰੱਖੇਗਾ। ਰੋਗ ਵੀ ਉਹਦੇ ਨੇ ਔਰ ਰੋਗਾਂ ਤੋਂ ਰਹਿਤ ਵੀ ਉਹਨੇ ਆਪ ਕਰਨਾ ਹੈ। ਰੋਗ ਵੀ ਉਹਨੇ ਹੀ ਲਾਉਣੇ ਨੇ। ਕਿਉਂ ਲਾਉਣੇ ਨੇ? ਕਿਉਂਕਿ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ। ਮਰਨਾ ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿ। ਖਸਮ ਵਿਸਾਰ ਖੁਆਰੀ ਕੀਨੀ, ਤੇ ਜਿੱਦਾਂ ਦਾ ਅਸੀਂ ਜੀਵਨ ਬਣਾਇਆ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੋਗ ਵੀ ਲੱਗ ਗਏ। ਪਰ ਫਿਰ ਅਸੀਂ ਅਰਦਾਸ ਕਰਾਂਗੇ ਮਾਲਕ ਦੇ ਚਰਨਾਂ ਦੇ ਵਿੱਚ, ਫਿਰ ਉਹ ਸਾਨੂੰ ਸਰਬ ਰੋਗ ਕਾ ਔਖਦ ਨਾਮ ਦੇ ਕੇ ਫਿਰ ਰੋਗਾਂ ਤੋਂ ਰਹਿਤ ਕਰ ਦੇਗਾ।
फिर वो अपना आसरा दे के परमेश्वर दिता बन्ना दुख रोग का डेरा भन्ना, फिर वो साडे रोग भी अंदरों दी नाश कर देगा। इसलिए इस गल नूं समझ के नमस्कार करनी है कि मालिक जी जे रोग लगे ने वो भी साडा कसूर है, क्योंकि असीं अपना जीवन उस तरह का बनाया। तुहानूं नमस्कार है कि तुसीं सानूं हलूणा देण लई ये रोग ला दिते, ताकि सानूं समझ आ जाए कि असीं उहदे हुक्म तो बाहर हाँ, असीं मनमुख वाला जीवन जी रहे हैं। उहने दुख ते भुख दी मार सानूं होश विच लियाउण वास्ते दित्ती है। जे माँ बाप बच्चियां नूं मारदे भी ने, झिड़कदे भी ने, उन्हां दे भले वास्ते है, पर उहनूं लगदा भी माँ बाप सानूं प्यार नहीं करदे, सानूं हर वेले झिड़कदे आ, सानूं मारदे आ, कुੱਟਦੇ आ। पर उन्हां नूं पुछ के वेखो माँ बाप नूं, वो कहंदे असीं अपने बच्चियां दा भला चाहुंदे आ, असीं चाहुंदे आ साडे बच्चियां दा भला होवे। इसे तरह परमेश्वर ने जे रोग लाए आ ते वो सानू संभलण वास्ते, संभालण लई असीं होश विच आईए, ताकि उस मालिक दे नाम नाल जुड़ सकीए। इसलिए नमो सर्ब रोगे, हे मालिक जी सर्ब रोगे, आ सारे रोग तेरे ही ने जी। फिर बेनती करा समझ के चलियो, ताकि शंका कोई ना रह जाए। जे फुल उन्हें बनाया ते कंडे भी उन्हें ही बनाए ने, फुल नूं कंडे भी ते उन्हें ही लाए ने। जे अंब वर्गा मिठा फल उन्हें पैदा किया है, ते निम वर्गी कड़वाहट भी ते उन्हें ही बनाई है। जे बांस नूं अंदरों खाली उन्हें रखे है, ते चंदन विच गुण भी तां उन्हें ही भरे ने। ये संसार जिहड़ा बनाया है, जे दिन दा उजाला रखण लई सूरज बनाया, ते रात नूं हनेरे विच रखण लई चंद्रमा बनाया, ताकि मिठी मिठी चाननी जिहड़ी है वो हुंदी रवे, पर सूरज दिन दा उजाला कर दिंदा है। ये भी उहदे हुक्म दे विच ही सिस्टम चल रहा है। इसलिए मारक जां फिर रोगे दा अर्थ जिहड़ा वो कीता है कि जीवां दे मौत दा कारण भी तुसीं हो, जीवां दे मौत दा कारण भी तुसीं हो, जां सारे ये जिहड़े रोग। फिर बेनती करा शरीर दी गल नहीं, मन दी गल। मन नूं जिहड़े रोग लगे होए आ, शरीर करके जिहड़े रोग लगे, उहदा भी कसूरवार असीं आप ही हां। साडा रहन सहन खाण पीण इदां दा हो गया, ये बीमारियां भी असीं आप ही लाइयां ने, इनू जन्म भी असीं आप ही दिता है। पर जिहड़े मानसिक मंडल दे रोग ने, काम क्रोध लोभ मोह अहंकार, ये मालिक जियो ये सर्ब रोगे, ये सारे रोग भी तेरे हुक्म दे विच लगे ने। पर फिर बेनती करके चला बार बार, ताकि मन विच शंका ना रवे, जो मैं किया सो मैं पाया। इस आधार ते भी जे मैं रोग तो रहत होवांगा तां भी मेरा जीवन है, जे रोग विच ग्रस्त हो गया तां भी मेरा जीवन है। फल ते मालिक ने देना है। हुण जे आपां कंडे बीजांगे ते कंडे ही मिलने ने, जे आपां फुੱਲ दा बूटा लावांगे ते फुੱਲ मिलेगा, कंडे लावांगे कंडे मिलणगे। जे कर्म उदां दा करांगे फिर उहदे हुक्म च रोग ही मिलने हैं। जे कर्म उदां दा करांगे ते उहदे हुक्म विच रोग मिटदे भी नहीं, रोग कट्टे भी जाते हैं। इसलिए अकाल पुरख जी वाहिगुरु जी नमस्कार है। नमो सर्ब रोगे, नमो सर्ब भोगे। भोगे का अर्थ है भोगण वाला। जे हुण अंदर वो जिंद अंदर जीव आत्मा है ते ताई असी रस भोग रहे हैं। कला शरीर ते रस भोग नहीं सकता। हुण डैड बॉडी पई है, उस डैड बॉडी दे कोल तुसीं तरह तरह दे पकवान बना के रखदे हो, जां तुसीं वेखदे हो जदों बंदे दा संस्कार हुंदा है ते उहनूं चिखा ते जदों लिटाया जांदा ना, उहदे मूँह विच घिओ पाया जांदा है ते की उहनूं स्वाद आउंदा है? जिहड़ा उहदे मुख विच घिओ पाया जा रहा है कि उहनूं उस घिओ दा स्वाद आ रहा है? नहीं आ रहा, क्योंकि उह ते डैड होया पिया है। ਉਹਨੂੰ ਭੋਗ ਸਕਦਾ नहीं भोग सकता, क्यों? क्योंकि भोगण वाला तो अंदरों निकल गया। जिहड़ा अंदरों भोगण वाला सी वो तो अंदरों निकल गया। हुण एक मृतक शरीर है, उहनूं चंदन का लेप ला दिओगे तो उहनूं उहदा कोई उहदी महक आएगी?
ਉਹਦੀ ਕੋਈ ਖੁਸ਼ਬੂ ਆਏਗੀ, ਉਹ ਤੇ ਡੈਡ ਹੋ ਗਿਆ, ਕਿਉਂਕਿ ਜਿਹਨੇ ਮਹਿਕ ਲੈਣੀ ਸੀ ਉਹ ਤੇ ਅੰਦਰੋਂ ਨਿਕਲ ਗਿਆ। ਤਾਈ ਤੇ ਸਾਹਿਬ ਨੇ ਬਾਣੀ ਵਿੱਚ ਇਹ ਵੀ ਜ਼ਿਕਰ ਕੀਤਾ ਸੀ, ਕਹਿਣ ਲੱਗੇ ਤੂੰ ਕਿਹਦੇ ਕੋਲ ਬੈਠ ਕੇ ਉੱਚੀ ਉੱਚੀ ਰੋ ਰਿਹਾ ਹੈ? ਉਹ ਜਿਹਦੇ ਲਈ ਰੋ ਰਿਹਾ ਉਹ ਤੇ ਸੁਣ ਨਹੀਂ ਰਿਹਾ, ਉਹ ਥੋੜੀ ਸੁਣ ਰਿਹਾ ਹੈ। ਤੂੰ ਤੇ ਦੁਨੀਆ ਨੂੰ ਜਿਹੜਾ ਉਹ ਦਿਖਾ ਰਿਹਾ ਹੈ ਕਿ ਮੇਰਾ ਇਹਦੇ ਨਾਲ ਬੜਾ ਪਿਆਰ ਹੈ, ਇਹ ਗੁਰਬਾਣੀ ਦਾ ਫੈਸਲਾ ਹੈ। ਸਾਹਿਬ ਜੀ ਕਹਿੰਦੇ ਆ ਤੂੰ ਜਿਹਨੂੰ ਸੁਣਾ ਰਿਹਾ, ਜਿਹਦੇ ਲਈ ਰੋ ਰਿਹਾ ਉਹ ਤੇ ਸੁਣ ਹੀ ਨਹੀਂ ਰਿਹਾ, ਕਿਉਂਕਿ ਜਿਹਨੇ ਸੁਣਨਾ ਸੀ ਉਹ ਤੇ ਵਿੱਚੋਂ ਨਿਕਲ ਗਿਆ। ਇੱਥੇ ਜਿਹੜੇ ਲੋਕ ਰਿਸ਼ਤੇਦਾਰ ਇਕੱਠੇ ਹੋਏ ਨੇ ਉਹ ਤੇਰਾ ਰੋਣਾ ਸੁਣ ਰਹੇ ਨੇ, ਪਰ ਜਿਹਦੇ ਲਈ ਰੋ ਰਿਹਾ ਉਹ ਨਹੀਂ ਸੁਣ ਰਿਹਾ। ਇਸ ਲਈ ਸਾਹਿਬ ਕਹਿੰਦੇ ਉਹ ਸਰਬ ਭੋਗੇ, ਉਹ ਸਾਰੇ ਰਸ ਭੋਗਣ ਵਾਲਾ ਵੀ ਉਹ ਆਪ ਹੈ, ਕਿਉਂਕਿ ਉਹ ਘਟ ਘਟ ਮੈਂ ਹਰ ਜੂ ਵਸੈ, ਉਹ ਸਾਰਿਆਂ ਦੇ ਅੰਦਰ ਵਸਦਾ ਹੈ, ਜਿੰਦ ਕਰਕੇ ਜੀਵ ਆਤਮਾ ਦੇ ਰੂਪ ਵਿੱਚ ਵਸਦਾ ਹੈ। ਇਸ ਲਈ ਅਸੀਂ ਸਾਰੇ ਰਸ ਭੋਗ ਰਹੇ ਹਾਂ, ਅੱਖਾਂ ਵਾਲਾ, ਕੰਨਾਂ ਵਾਲਾ, ਜੀਭ ਵਾਲਾ, ਇੰਦਰੀਆਂ ਵਾਲਾ, ਇਹ ਰਸ ਭੋਗ ਰਹੇ ਹਾਂ। ਪਰ ਕਿਹਦੇ ਕਰਕੇ? ਜੋ ਅੰਦਰ ਉਹ ਜੀਵ ਬੈਠਾ ਹੈ। ਜਦੋਂ ਉਹ ਜੀਵ ਨਿਕਲ ਜਾਂਦਾ ਹੈ ਤੇ ਸਾਰੇ ਰਸ ਜਿਹੜੇ ਪਏ ਰਹਿ ਜਾਂਦੇ ਆ, ਪਰ ਭੋਗਿਆ ਨਹੀਂ ਜਾ ਸਕਦਾ, ਉਹਨਾਂ ਪਦਾਰਥਾਂ ਦਾ ਰਸ ਮਾਣਿਆ ਨਹੀਂ ਜਾ ਸਕਦਾ। ਇਸ ਲਈ ਇਹ ਹੁਣ ਗਹਿਰਾਈ ਵਿੱਚ ਜਾਵਾਂਗੇ ਤਾਂ ਸਮਝ ਆਉਣੀ ਹੈ। ਨਹੀਂ ਤੇ ਬੰਦਾ ਕਹਿੰਦਾ ਵੀ ਮੈਂ ਅੱਖਾਂ ਨਾਲ ਵੇਖਦਾ, ਮੈਂ ਕੰਨਾਂ ਨਾਲ ਸੁਣਦਾ, ਮੈਂ ਜ਼ੁਬਾਨ ਨਾਲ ਬੋਲਦਾ, ਮੈਂ ਆਹ ਰਸ ਲੈਣਾ, ਮੈਂ ਆਹ ਸਵਾਦ ਚੱਖਦਾ, ਮੈਨੂੰ ਤੇ ਹਰ ਪ੍ਰਕਾਰ ਦੇ ਸਵਾਦ ਦਾ ਪਤਾ ਹੈ ਕਿ ਫਲਾਣੇ ਦਾ ਰਸ ਦਾ ਸਵਾਦ ਕਿੱਦਾਂ ਦਾ ਹੈ, ਫਲਾਣੇ ਦਾ। ਪਰ ਇਹ ਤੇ ਭੁੱਲ ਹੀ ਗਿਆ ਵੀ ਜਿੰਨਾ ਚਿਰ ਅੰਦਰ ਜੀਵ ਆਤਮਾ ਹੈ ਉਨਾ ਚਿਰ ਹੀ ਇਹ ਰਸ ਭੋਗੇ ਜਾ ਸਕਦੇ ਆ। ਜਦੋਂ ਅੰਦਰੋਂ ਉਹ ਜਿੰਦ ਨਿਕਲ ਗਈ ਤੇ ਕੱਲੀ ਡੈਡ ਬੋਡੀ ਨੇ ਤੇ ਕੋਈ ਰਸ ਨਹੀਂ ਭੋਗਣਾ, ਕੋਈ ਇਹਨੇ ਪਦਾਰਥਾਂ ਦਾ ਸਵਾਦ ਨਹੀਂ ਲੈਣਾ। ਇਹ ਜੀਵ ਨੂੰ ਵੀ ਸਵਾਦ ਉਨਾ ਚਿਰ ਹੀ ਆਏਗਾ ਜਿੰਨਾ ਚਿਰ ਉਹ ਅੰਦਰ ਜੀਵ ਹੈ। ਤੇ ਜਦੋਂ ਅੰਦਰ ਦਾ ਜੀਵ ਨਿਕਲ ਗਿਆ ਤੇ ਜੀਵ ਵੀ ਉੱਥੇ ਹੀ, ਅੱਖਾਂ ਵੀ ਉੱਥੇ ਹੀ ਨੇ, ਕੰਨ ਵੀ ਉੱਥੇ ਹੀ ਨੇ, ਪਰ ਉਹ ਰਸ ਲੈਣ ਵਾਸਤੇ ਉਹਨਾਂ ਕੋਲ ਪਾਵਰ ਨਹੀਂ, ਉਹ ਰਸ ਭੋਗਣ ਵਾਸਤੇ ਉਹਨਾਂ ਕੋਲ ਪਾਵਰ ਨਹੀਂ। ਜਦੋਂ ਇਹ ਬਰੀਕੀ ਨਾਲ ਗੱਲ ਸਮਝਾਂਗੇ ਨਾ ਤੇ ਇੱਥੇ ਵੀ ਮਨ ਮਾਨੀ ਛੱਡ ਦਿਆਂਗੇ। ਜਿਹੜੇ ਅਸੀਂ ਉਹ ਰਸ ਚੱਖ ਰਹੇ ਹਾਂ ਜਿਹਦੇ ਵਿੱਚ ਜ਼ਹਿਰ ਭਰੀ ਹੋਈ ਹੈ, ਜਿਹੜੇ ਪਦਾਰਥਾਂ ਦੇ ਵਿੱਚ ਜ਼ਹਿਰ ਹੈ, ਅਸੀਂ ਫਿਰ ਉਹਨੂੰ ਮੂੰਹ ਨਹੀਂ ਲਾਵਾਂਗੇ ਜੇ ਪਤਾ ਲੱਗ ਜਾਏ ਵੀ ਭੋਗਣ ਵਾਲਾ ਤੇ ਅੰਦਰ ਬੈਠਾ ਹੈ। ਤੇ ਮੈਂ ਉਹਨੂੰ ਭੁਲਾ ਕੇ ਤੇ ਆਪਣੀ ਮਰਜ਼ੀ ਨਾਲ ਜੋ ਮੇਰੇ ਮੈਨੂੰ ਚੰਗਾ ਲੱਗਦਾ ਹੈ, ਮੈਂ ਉਹੀ ਭਖ ਅਭਖ ਸਭ ਕੁਝ ਮੈਂ ਅੰਦਰ ਜਿਹੜਾ ਉਹ ਜੀਵ ਦਾ ਸਵਾਦ ਲੈ ਕੇ ਬਣਾਈ ਜਾਂਦਾ, ਪੇਟ ਭਰੀ ਜਾਂਦਾ। ਪਰ ਇਹ ਤੇ ਭੁੱਲ ਗਿਆ ਵੀ ਜਿੰਨਾ ਚਿਰ ਅੰਦਰ ਜੀਵ ਹੈ ਉਨਾ ਚਿਰ ਹੀ ਰਸ ਭੋਗ ਸਕਦਾ। ਤੇ ਫਿਰ ਮੈਂ ਕਿਉਂ ਨਾ ਅੰਮ੍ਰਿਤ ਦਾ ਰਸ ਲਵਾਂ, ਚੰਗੇ ਰਸ ਲਵਾਂ ਜਿਹਦੇ ਨਾਲ ਮੇਰੀ ਜ਼ਿੰਦਗੀ ਸਵਰ ਜਾਏ। ਇਸ ਲਈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ ਹੈ। ਤੁਸੀਂ ਸਾਰੇ ਰਸ ਪਦਾਰਥਾਂ ਨੂੰ ਭੋਗਣ ਵਾਲੇ ਹੋ। ਨਮੋ ਸਰਬ ਜੀਤੰ, ਤੁਸੀਂ ਤੁਹਾਡੇ ਵਿੱਚ ਇੰਨੀ ਪਾਵਰ ਹੈ, ਤੁਸੀਂ ਸਰਬ ਕਲਾ ਸਮਰੱਥ ਹੋ, ਤੁਹਾਨੂੰ ਕੋਈ ਨਹੀਂ ਜਿੱਤ ਸਕਦਾ, ਤੁਸੀਂ ਸਾਰੀ ਦੁਨੀਆ ਨੂੰ ਜਿੱਤ ਸਕਦੇ ਹੋ। ਕੋਈ ਹੈ ਜਿਹਨੇ ਰੱਬ ਨੂੰ ਜਿੱਤਿਆ ਹੋਵੇ? ਰੱਬ ਪਰਮਾਤਮਾ ਨੂੰ ਜਿੱਤਿਆ ਨਹੀਂ ਜਾ ਸਕਦਾ, ਅਕਾਲ ਪੁਰਖ ਨੂੰ, ਪਰ ਅਕਾਲ ਪੁਰਖ ਸਾਰੀ ਦੁਨੀਆ ਨੂੰ ਜਿੱਤ ਸਕਦਾ ਹੈ। ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਪਰ ਉਹਦਾ ਜ਼ੋਰ ਤੇ ਸਾਰਿਆਂ ਤੇ ਚੱਲਦਾ ਹੈ। ਉਹਦਾ ਜ਼ੋਰ, ਜਿੱਥੇ ਉਹਦਾ ਜ਼ੋਰ ਚੱਲਣਾ ਉੱਥੇ ਸਾਡਾ ਜ਼ੋਰ ਕਿੱਥੇ ਚੱਲਣਾ? ਉੱਥੇ ਤੇ ਸਾਡੀ ਪਾਵਰ ਤਾਕਤ ਫੇਲ ਹੋ ਜਾਣੀ ਹੈ ਜਦੋਂ ਉੱਥੇ ਉਹਦਾ ਜ਼ੋਰ ਚੱਲਣਾ ਹੈ। ਇਸ ਲਈ ਮਾਲਕ ਜੀ ਸਰਬ ਜੀਤੰ, ਤੁਸੀਂ ਸਾਰੇ ਸੰਸਾਰ ਪੂਰੇ ਬ੍ਰਹਿਮੰਡ ਨੂੰ ਜਿੱਤਣ ਵਾਲੇ ਹੋ, ਕਿਉਂਕਿ ਬ੍ਰਹਿਮੰਡ ਦੀ ਰਚਨਾ ਵੀ ਤੁਹਾਡੇ ਹੱਥਾਂ ਤੋਂ ਹੋਈ ਹੈ, ਤੁਹਾਡੇ ਹੁਕਮ ਤੋਂ ਹੋਈ ਹੈ। ਇਹ ਸਾਰੇ ਬ੍ਰਹਿਮੰਡ ਦੀ ਡੋਰ ਤੁਹਾਡੇ ਹੱਥ ਵਿੱਚ ਹੈ। ਤੁਹਾਨੂੰ ਨਹੀਂ ਜਿੱਤਿਆ ਜਾ ਸਕਦਾ, ਪਰ ਤੁਸੀਂ ਸਾਰੇ ਸੰਸਾਰ ਨੂੰ ਜਿੱਤਣ ਵਾਲੇ ਹੋ। ਇਹ ਅਕਾਲ ਪੁਰਖ ਵਾਹਿਗੁਰੂ ਜੀ ਨਮੋ ਸਰਬ ਭੀਤੰ। ਭੀਤੰ ਦਾ ਅਰਥ ਆਪਾਂ ਬੜੀ ਵਾਰ ਵਿਚਾਰ ਕੇ ਆਏ ਹਾਂ। ਭੀਤੰ ਦਾ ਅਰਥ ਹੁੰਦਾ ਭੈ ਭੀਤ ਹੋਣਾ, ਡਰ ਜਾਣਾ, ਸਹਿਮ ਜਾਣਾ।
ਅਕਾਲ ਪੁਰਖ ਜੀ ਨਮੋ ਸਰਬ ਭੀਤੰ, ਸਾਰਿਆਂ ਦੇ ਵਿੱਚ ਤੁਹਾਡਾ ਭੈ ਹੈ। ਸਾਰੇ ਤੁਹਾਡੇ ਹੁਕਮ ਅੱਗੇ ਜਿਹੜਾ ਉਹ ਭੈਭੀਤ ਹੋ ਜਾਂਦੇ ਨੇ, ਪਰ ਤੁਸੀਂ ਕਿਸੇ ਦੇ ਅੱਗੇ ਡਰ ਕਰਕੇ ਨਹੀਂ ਝੁਕਦੇ। ਉਹ ਕੀ ਹੈ? ਉਹ ਨਿਰਭਉ ਨਿਰਵੈਰ ਹੈ। ਸਾਰਾ ਸੰਸਾਰ ਜਿਹੜਾ ਉਹ ਭਾਵੇਂ ਅੱਜ ਮੰਨੇ ਨਾ ਮੰਨੇ, ਪਰ ਕੱਲ ਨੂੰ ਉਹਦੇ ਹੁਕਮ ਵਿੱਚ ਆਉਣਾ ਹੀ ਪੈਣਾ ਹੈ। ਅੱਜ ਅਸੀਂ ਉਹਦੇ ਤੋਂ ਡਰੀਏ ਭਾਵੇਂ ਨਾ ਡਰੀਏ, ਪਰ ਇੱਕ ਦਿਨ ਜਦੋਂ ਹਲੂਣਾ ਮਿਲਣਾ ਤੇ ਉਹਦੇ ਤੋਂ ਡਰਨਾ ਹੀ ਪੈਣਾ ਹੈ। ਰੱਬ ਦਾ ਭੈ ਡਰ ਅੰਦਰ ਭਾਵੇਂ ਅੱਜ ਸਾਡੇ ਨਾ, ਕਿਉਂਕਿ ਜਿਹਦੇ ਅੰਦਰ ਰੱਬ ਦਾ ਭੈ ਨਹੀਂ ਹੁੰਦਾ ਉਹ ਸ਼ੈਤਾਨ ਹੁੰਦਾ ਹੈ। ਉਹ ਫਿਰ ਹਰਕਤਾਂ ਵੀ ਸ਼ੈਤਾਨਾਂ ਵਾਲੀਆਂ ਕਰਦਾ ਹੈ। ਉਹ ਦੁਨੀਆ ਵਿੱਚ ਪਾਪ ਬੁਰਾਈਆਂ ਦਾ ਜਨਮ ਕਦੋਂ ਹੁੰਦਾ ਹੈ? ਜਦੋਂ ਪਰਮੇਸ਼ਵਰ ਭੁੱਲ ਜਾਏ। ਜਿਹਨੂੰ ਪਰਮੇਸ਼ਵਰ ਚੇਤੇ ਆ ਉਹ ਕਦੇ ਭੁੱਲ ਕੇ ਵੀ ਗਲਤੀ ਨਹੀਂ ਕਰਦਾ। ਉਹ ਕਦੇ ਵੀ ਭੁੱਲ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਵੀ ਉਹ ਮੈਨੂੰ ਵੇਖ ਰਿਹਾ ਹੈ, ਉਹ ਮੇਰੇ ਹਰ ਇੱਕ ਕਰਮ ਤੇ ਨਜ਼ਰ ਰੱਖ ਰਿਹਾ ਹੈ, ਤੇ ਮੁੜ ਕੇ ਉਹੀ ਮੈਨੂੰ ਉਹਨੇ ਫਲ ਵੀ ਉਸ ਤਰ੍ਹਾਂ ਦਾ ਦੇਣਾ ਹੈ। ਜਦੋਂ ਉਹਨੇ ਮੇਰੇ ਜੀਵਨ ਦਾ ਲੇਖਾ ਕਰਨਾ ਹੈ ਨਾ, ਤੇ ਉੱਥੇ ਫਿਰ ਮੇਰਾ ਜ਼ੋਰ ਨਹੀਂ ਚੱਲਣਾ। ਤਾਂ ਹੀ ਤੇ ਆਖਿਆ ਸੀ, ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਦੁਨੀਆ 'ਚ ਬੰਦਾ ਤੈਨੂੰ ਕੋਈ ਕਹੇ ਵੀ ਤੂੰ ਆਹ ਕੰਮ ਕਰਦਾ ਹੈ, ਤੂੰ ਮਾੜਾ ਹੈ, ਮਾੜੇ ਕੰਮ ਕਰਦਾ ਹੈ, ਛੱਡ ਦੇ, ਅਸੀਂ ਉਹਦੇ ਗਲ ਪੈ ਜਾਂਦੇ ਹਾਂ ਵੀ ਤੂੰ ਮੇਰਾ ਮਾੜਾ ਕੀ ਵੇਖ ਲਿਆ, ਤੂੰ ਮੇਰਾ ਮਾੜਾ ਕੀ ਵੇਖ ਲਿਆ। ਅਸੀਂ ਸਗੋਂ ਉਲਟਾ ਉਹਦੇ ਗਲ ਪੈ ਜਾਂਦੇ ਹਾਂ। ਜਿਵੇਂ ਕਹਿੰਦੇ ਨੇ ਨਾ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੈ, ਵੀ ਇੱਕ ਤਾਂ ਚੋਰੀ ਕਰਦਾ ਹੈ, ਜੇ ਉਹਨੂੰ ਕੋਈ ਕਵੇ ਉਹ ਉਲਟਾ ਉਹਨੂੰ ਡਾਂਟਣ ਲੱਗ ਜਾਂਦਾ ਹੈ। ਪਰ ਜਦੋਂ ਉਹਦੇ ਅੱਗੇ ਅਸੀਂ ਜਾਵਾਂਗੇ ਤੇ ਉਹਨੇ ਜਦੋਂ ਸਾਡਾ ਲੇਖਾ ਅੱਗੇ ਰੱਖਣਾ, ਤੇ ਫਿਰ ਉੱਥੇ ਜ਼ੋਰ ਨਹੀਂ ਸਾਡਾ ਚੱਲਣਾ। ਉੱਥੇ ਨਹੀਂ ਅਸੀਂ ਡਰਾ ਧਮਕਾ ਸਕਾਂਗੇ ਵੀ ਤੂੰ ਮੇਰੇ ਬਾਰੇ ਇਸ ਤਰ੍ਹਾਂ ਕਿਉਂ ਕਹਿੰਦਾ ਹੈ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏਗਾ। ਉੱਥੇ ਕਿਹੜਾ ਮੂੰਹ ਵਿਖਾਏਗਾ? ਦੁਨੀਆ 'ਚ ਤੇ ਜੇ ਕੋਈ ਮਾੜੀ ਜੀ ਗੱਲ ਕਹਿ ਦੇ ਤੇ ਤੇਰੇ ਮੁਖ 'ਚੋਂ ਪਤਾ ਨਹੀਂ ਕੀ ਕਿਹੜੇ ਬੋਲ ਨਿਕਲਦੇ ਆ। ਇਸ ਲਈ ਮਾਲਕ ਜੀ ਨਮਸਕਾਰ ਹੈ ਤੁਹਾਨੂੰ। ਸਾਰੇ ਸੰਸਾਰ ਦੇ ਜੀਵ ਜਿਹੜੇ ਨੇ ਉਹ ਤੁਹਾਡੇ ਹੁਕਮ ਵਿੱਚ ਤੁਹਾਡੇ ਤੋਂ ਡਰਦੇ ਨੇ, ਤੁਹਾਡਾ ਭੈ ਅੰਦਰ ਰੱਖਦੇ ਨੇ, ਤੇ ਜਿਹੜੇ ਨਹੀਂ ਰੱਖਦੇ ਇੱਕ ਦਿਨ ਟਾਈਮ ਆਉਂਦਾ ਉਹਨਾਂ ਨੂੰ ਉਹ ਭੈ ਰੱਖਣਾ ਪੈਂਦਾ ਹੈ। ਬੜੇ ਬੜੇ ਹੰਕਾਰੀਆਂ ਨੇ ਦੁਨੀਆ ਵਿੱਚ, ਬੜੇ ਹੰਕਾਰ ਦੇ ਨਾਲ ਆਪਣਾ ਜ਼ੋਰ ਚਲਾਇਆ, ਪਰ ਅਖੀਰਲੇ ਸਮੇਂ ਝੁਕਣਾ ਉਹਨਾਂ ਨੂੰ ਵੀ ਪਿਆ। ਉਹਨਾਂ ਅੰਦਰ ਵੀ ਡਰ ਮਹਿਸੂਸ ਹੋਇਆ। ਔਰੰਗਜ਼ੇਬ ਕਿੰਨਾ ਕਹਿਰ ਮਚਾਇਆ, ਪਰ ਅੰਤਲਾ ਸਮਾਂ ਆਪਾਂ ਸਾਰੇ ਜਾਣਦੇ ਹਾਂ ਕਿੰਨਾ ਡਰ ਗਿਆ ਸੀ ਔਰੰਗਜ਼ੇਬ ਕਿ ਮੈਨੂੰ ਖੁਦਾ ਕਦੇ ਮਾਫ ਨਹੀਂ ਕਰੇਗਾ, ਮੈਨੂੰ ਕਦੇ ਖੁਦਾ ਦੇ ਘਰ ਦੇ ਵਿੱਚ ਥਾਂ ਨਹੀਂ ਮਿਲਣੀ, ਕਿਉਂਕਿ ਮੈਂ ਕਰਮ ਹੀ ਐਸੇ ਡਰ ਗਿਆ ਨਾ। ਉਹ ਜਿਹੜਾ ਦੁਨੀਆ ਨੂੰ ਡਰਾਉਣਾ ਚਾਹੁੰਦਾ ਸੀ, ਦੁਨੀਆ ਨੂੰ ਭੈਭੀਤ ਕਰਕੇ ਆਪਣੇ ਮਜ਼ਹਬ ਦੇ ਵਿੱਚ ਲਿਆਉਣਾ ਚਾਹੁੰਦਾ ਸੀ, ਪਰ ਅੱਜ ਆਪ ਹੀ ਕੰਬਦਾ ਪਿਆ, ਮੰਜੇ ਤੇ ਪਿਆ, ਡਰਦਾ ਸਹਿਮਿਆ ਹੋਇਆ ਔਰੰਗਜ਼ੇਬ ਡਰ ਰਿਹਾ ਹੈ ਕਿ ਮੇਰੇ ਗੁਨਾਹਾਂ ਦਾ ਮੈਨੂੰ ਫਲ ਕੀ ਮਿਲੇਗਾ। ਅਕਸਰ ਜਦੋਂ ਕਿਸੇ ਨੂੰ ਨਿਆਂ ਨਹੀਂ ਨਾ ਮਿਲਦਾ ਤੇ ਉਹ ਇੱਕੋ ਗੱਲ ਕਹਿੰਦਾ ਹੁੰਦਾ ਵੀ ਰੱਬ ਤੋਂ ਡਰੋ, ਰੱਬ ਦਾ ਭੈ ਰੱਖੋ ਅੰਦਰ। ਇੰਨਾ ਵੀ ਨਾ ਆਪਣੇ ਅੰਦਰ ਹੰਕਾਰ ਰੱਖੋ ਕਿ ਤੁਹਾਨੂੰ ਰੱਬ ਦਾ ਭੈ ਭੁੱਲ ਜਾਏ। ਜਿਸ ਦਿਨ ਉਹਦੀ ਮਾਰ ਪੈਣੀ ਹੈ ਉਸ ਦਿਨ ਪਤਾ ਕੁਛ ਨਹੀਂ ਲੱਗਣਾ। ਬੰਦਾ ਕਹਿੰਦਾ ਵੀ ਮੇਰੀ ਲਾਠੀ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇਣੀ ਚਾਹੀਦੀ ਹੈ, ਪਰ ਜਿਸ ਦਿਨ ਉਹਦੀ ਲਾਠੀ ਪੈਣੀ ਉਹਦੀ ਆਵਾਜ਼ ਵੀ ਕੋਈ ਨਹੀਂ ਸੁਣਾਈ ਦੇਣੀ। ਇਸ ਲਈ ਮਾਲਕ ਜੀ ਤੁਸੀਂ ਸਾਰੇ ਸੰਸਾਰ ਨੂੰ ਜਿੱਤ ਲੈਣ ਵਾਲੇ ਹੋ, ਤੁਹਾਨੂੰ ਜਿੱਤਣ ਵਾਲਾ ਕੋਈ ਨਹੀਂ। ਨਮੋ ਸਰਬ ਭੀਤੰ, ਸਰਬ ਭੀਤੰ, ਸਾਰੇ ਤੁਹਾਡੇ ਭੈ ਵਿੱਚ ਨੇ, ਡਰ ਵਿੱਚ ਨੇ। ਤੁਸੀਂ ਨਿਰਭਉ ਹੋ, ਤੁਹਾਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਕਿਸੇ ਵੀ ਪ੍ਰਕਾਰ ਦਾ ਡਰ ਨਹੀਂ, ਔਰ ਜਿਹੜੇ ਤੁਹਾਡੇ ਨਾਲ ਜੁੜ ਜਾਂਦੇ ਨੇ ਉਹ ਵੀ ਨਿਰਭਉ ਹੋ ਜਾਂਦੇ ਨੇ, ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦਾ ਭੈ ਜਿਹੜਾ ਨਹੀਂ ਰਹਿ ਜਾਂਦਾ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇਸ ਕਰਕੇ ਨਮਸਕਾਰ ਹੈ ਜੀ। ਨਮੋ ਸਰਬ ਗਿਆਨੰ ਨਮੋ ਪਰਮ ਤਾਨੰ। हे ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਨਮਸਕਾਰ ਹੈ। ਸਰਬ ਗਿਆਨੰ, ਸਾਰਾ ਸੰਸਾਰ ਪੂਰੇ ਬ੍ਰਹਿਮੰਡ ਦਾ ਤੁਹਾਨੂੰ ਗਿਆਨ ਹੈ। ਅੱਜ ਦੇਖੋ ਕਿੰਨੇ ਜੀਵ ਨੇ। ਅੱਜ ਜਿਹੜੀ ਹੈ ਸਾਡੀ
दुनिया की गिणती जियां की किन्नी अरबां तक पहुंच गई, खरबां तक भी पहुंच जाएगी। पर सानू आपां घर दे विच रहिंदे आ 4 जी, पर 4 जियां नूं 4 जियां बारे खबर नहीं हुंदी। पर वो अकाल पुरख नूं किन्ना ज्ञान है, हर एक जी की खबर रखदा है, हर एक जी बारे जानदा है भी किहड़ा किस भावना वाला, किहड़ा किहड़ी सोच दा मालक है, किहड़े किहड़े जीवन वाला है। ताई ते उहदे हिसाब किताब विच गड़बड़ नहीं हुंदी, ताई ते उहदे लेखे जोखे विच कोई गड़बड़ नहीं हुंदी है। कदे किसी ने कहा भी मालक जी मेरे नाल तुसीं न्याय कीता, मेरे नाल तुसीं अन्याय कीता, मैनूं इंसाफ नहीं तुसीं दिता, ये कर्म ते फलाणे ने कीता सी, फल मेरी झोली विच पाया। ये तां होवे जे उहनूं ज्ञान ना होवे, ये तां हो सकदा जे उहनूं ज्ञान ना होवे, उहनूं सोझी ना होवे। उहनूं सारियां दी सोझी है किहड़ा कैसी भावना वाला ते किहड़ा कैसे जीवन वाला है। वो सबना दी जानदा है, भलियां दी भी जानदा है, बुरियां दी भी जानदा है कि बुरे दे अंदर कैसी बुराई है, उहदा दे बारे भी उहनूं ज्ञान है। चंगे अंदर किहड़ी चंगियाई है, उहदा भी उहनूं ज्ञान है। असीं दुनिया तो छुपा सकते हैं क्योंकि दुनिया नूं ज्ञान नहीं, दुनिया ते अज्ञानता दे विच फसी है। पर असीं उहनूं किवें धोखा देंगे, वो ते सर्व ज्ञाता है, वो हर एक दा ज्ञान रखण वाला है। यही कारण सी कि गुरु नानक साहब जी नूं कोई अज्ञानता दे घेरे विच नहीं लिया सकिया। गुरु नानक साहब नूं कोई उलझा भी नहीं सकिया, अपना ज्ञान अगे रख के नहीं उलझा सकिया। सगों जिहड़ा उलझिया होया सी, जदों गुरु नानक साहब ने ज्ञान दिता ते उहदियां भी उलझना सुलझ गईयां। क्यों? क्योंकि वो आप परमेश्वर अकाल पुरख दे रूप विच नानक जी प्रगट हुंदे आ। आप नारायण कला धार जग में परवरियो, इसलिए ज्ञान नाल भरपूर है गुरु नानक साहब जी कोल खजाना, जिहदे अगे किसी का ज्ञान जिहड़ा वो चल ही नहीं सकिया। सतगुरु महाराज जी कहते आ, अकाल पुरख जी तुसी सर्व ज्ञानम, सारा कुछ जानन वाले हो, तुहाडे तो कुछ भी नहीं छुपिया होया। जे असीं कुछ छुपा के लुका के कोई कर्म करांगे भी ना, वो भी तुहाडे कोलों नहीं छुप सकदा। बड़ी बार जिक्र कीता, असीं आप जिहड़े कैमरे इन्हां दी नज़र तो बच जांगे, पर उहदी नज़र तो किवें बचांगे? इहदे तो ते फिर भी आपां बचा कर लेने आ। ਜਾਂ जिथे रिकॉर्ड हुंदा सब कुछ, कई बारी देखीदा ना, खबर आउंदी है कि चोर आए सी घर विच, समान चोरी करके लै गए, नाल नाल वो रिकॉर्ड भी लै गए, जो कैमरे ने रिकॉर्ड किया वो भी नाल वो सिस्टम चुक के लै गए। पर जिहड़ा परमेश्वर दी नज़र विच सब कुछ रिकॉर्ड हो रहा, उहनूं चोरी किवें करोगे? उहनूं चोरी नहीं कीता जा सकदा, उहदे ते नाम नूं चोरी नहीं कीता जा सकदा, असीं उहनूं किवें चोरी कर लांगे? गुर का बचन बसै जी नालै, जल नहीं डूबै, तशकर नहीं लेवै, भाए ना सकै जल है। ना उहदे सिस्टम नूं साड़िया जा सकदा है। चलो बंदा कहंदा भी आह सिस्टम पानी विच सुट दिओ, खराब हो जाएगा, किसी नूं पता ही नहीं लगेगा। जो रिकॉर्ड होया मेरे बारे पता ही नहीं लगेगा भी मैं की कुछ कीता, पानी च सुट दिओ गल जाएगा, जां अग विच सुट दिओ सड़ जाएगा, जां तस्कर चोर आएगा चोरी करके लै जाएगा, वो कहेगा भी सारा सिस्टम मेरे कोल है, रिकॉर्डर मेरे कोल है, पता ही नहीं लगना किसी नूं किने चोरी कीती। पर महाराज कहंदे नहीं, तू अकाल पुरख नूं धोखा नहीं दे सकदा, तू ते उहदे नाम नूं भी अग विच नहीं सड़ सकदा, तू उहदे नाम नूं भी चोरी नहीं कर सकदा, उहदे नाम नूं भी पानी विच नहीं डुब सकदा। ते जिहदे नाम नूं ही असीं भाए ना सकै जल है, भाए दा अर्थ है अग, अग भी नहीं उहनूं साड़ सकदी, जल नहीं डूबै पानी भी नहीं डुब सकदा, तशकर नहीं लेवै चोर भी उहनूं चोरी नहीं कर सकदा। ते फिर असीं परमेश्वर दे जिहड़ा रिकॉर्ड हो रहा है सब कुछ साडा एक एक पल दा जिहड़ा अंदर जो असीं भावना बना के, फुरने बना के जो असीं कर्म कर रहे हैं, वो सारा कुछ रिकॉर्ड हो रहा है। उहनूं सब कुछ ज्ञान है, उहदे तो बचिया नहीं जा सकता। पर जे हर एक नूं ये गल समझ आ जाए तो फिर ये दुनिया जिहड़ी अज नरक बनिया, ये स्वर्ग ना बन जाए। ये पाप, ये बुराइयां
ये जिन्ने भी विकार ने ये सारियां तो आपां छुटकारा पा के एक पासे ना हो जाइए, पर दुनिया नूं नहीं समझ है, क्योंकि वो ते रब नूं भी खिडौना समझदी है। लोग तां रब नूं खिडौना समझदे ही समझदे आ, पर माफ करना जिहड़े धर्मी लोग ने वो भी रब नूं खिडौना समझदे आ। माथे तिलक हथ माला बाना लोगन राम खिलौना जाना। जे धर्मी पुरुषां ने रब नूं खिडौना समझिया तो आम पब्लिक दा की हाल होएगा। यही कारण है कि जदों कोई धर्मी पुरुष गलती करदा ना ते पब्लिक कहंदी है भी इहदे नालों ते असीं इदां ही चंगे हां, असीं ते इदां ही चंगे हां, इह ते रब दे हो के भी रब दे नहीं बन सके, इत्थे धर्मी चोला धर्मी पहरावा पा के भी धर्मी नहीं बन सके, इहदे नालों ते फिर असीं आम दुनिया विच जिवें विचरदे हां इवें ठीक आ, कम से कम पाप ते नहीं ना करदे। कम से कम असीं उदों खिडौना बना के खेडदे ते नहीं आ। बड़ियां दी रसना तो ये सुनीदा है भी जदों कहीदा भी तुसीं धर्मी पुरुष बनो, धर्म मर्यादा विच रूल विच आओ, वो कहंदे इदां ही ठीक आ, क्योंकि धर्मी पुरुषां नूं वेखदे आ किन्ना खिलवाड़ करदे आ। उदों बड़ी गहरी चोट लगदी है। इसलिए वो सर्व ज्ञाता है, वो सब वेख रहा है कि किहड़ा किन्ना को धर्मी है ते किन्ना को धर्म दा पहरावा पा के पखंड दुनिया दे विच रच के बैठा है। उहदे तो कुछ भी छुपिया नहीं ते ना छुपाया जा सकता है। इसलिए नमो सर्व ज्ञानं, हे अकाल पुरख जी तुहानू नमस्कार है। तुसी सारियां दे दिलां दी जानन वाले हो, सारियां दे अंदर दे फुरने नू पढ़ लैण वाले हो। नमो परम तानੰ, हे मालिक जी ये सारा तान तेरा है। तान दे भी दो अर्थ कीते ने, ये सारा पसारा तुहाडा ही है। ये जिन्ना भी खेड रची है तुसी ये सारी खेड तुहाडी होई रची हुई है। वैसे तान दा अर्थ हुंदा ताकत, ये सारी पावर तुहाडी होई काम कर रही है, साडा कोई जोर नहीं है, साडी कोई ताकत काम नहीं कर रही है। ये सारी ताकत तुहाडी है। ये तुहाडी ताकत विचों ही ताकत लैके असीं वरत रहे हैं। हुण बंदा कहंदा भी मैं पहाड़ नूं चीर के रस्ता बना दिता, पर जे पहाड़ ही ना हुंदा ते रस्ता कित्थे बनाउंदे। ये धरती ते असीं बिल्डिंगां बना बना के उत्ते अपणियां मोहरां ला दित्तियां, स्टैंप ला दित्ती, आ मेरी ये मेरी है। ते जे धरती ना हुंदी ते बिल्डिंग कित्थे बनाउंदे। और जिस धरती ते बिल्डिंग बनाई है वो धरती ते चक्कर ला रही है। वो धरती दे ये चक्कर ला ताई ते दिन रात बनदे ने। इन्ना कु ते साइंस ने विज्ञान ने सानू समझा दिता। बच्चे नूं ये गल समझ आ गई कि धरती चक्कर लाउंदी है, धरती घूम रही है, जिहदे नाल दिन ते रात बनदे ने। हुण विज्ञान ने सानू इन्ना समझा दिता, पर यह नहीं समझाया भी धरती नूं घुमा कौन रहा है। ये धरती नूं जिहड़ा चक्कर ला रहा ना, वो चक्कर लवाउण वाला कौन है? वो किहदे आसरे घूम रही है धरती? असीं बिल्डिंगां बना के कहने आ मैं, पर इस धरती नूं जिस धरती ते बनाया है, जे वो धरती ना हुंदी ते जे वो इहदा गेड़ा थोड़ा तेज करदे फिर की होएगा? जिहड़ा धरती दा चक्कर लग रहा ना, जे उहनूं थोड़ा जिहा तेज कर देगा चक्कर नूं, फिर की बनेगा? फिर कित्थे साडीआं बिल्डिंगां? ते ना असीं लभणा ते ना साडीआं बिल्डिंगां लभणीआं ने। ये उन्हें किन्ने धीरज दे नाल, किन्ने सबर दे नाल उन्हें इस नूं धरती नूं कहंदे ने चक्कर लवाउण विच हुक्म जारी कीता कि धरती अपना चक्कर ला रही है, सानूं पता ही कोई नहीं लग रहा। ये पावर किहदी काम गई? ये तान किहदा है? ये ताकत किहदी है? ये अकाल पुरख दी है। असीं साह लै रहे हैं, ये किहदे बल नाल साह लै रहे हैं? ये उस मालिक दे बल दे नाल। जे उहदी ताकत ना काम करे ते मुर्दे बंदे नूं कह के विखाओ, साह लै के विखावे, वो लै ही नहीं सकदा साह। ये आसमान वेख रहे हो, आसमान ते सूरज अपनी जगह, चंद्रमा अपनी जगह, आ ग्रह तारे अपनी जगह ने, पर इन्हां नूं टिकाउण वाला को पावर किहड़ी है जिहड़ी काम कर रही है? वो पावर जिहड़ी काम कर रही है उही उहदा ताण है। असीं तां जमीन विच बीज पाया सी, वो फल किवें बन गया? वो ताकत किहड़ी काम कर रही है?
ਅਸੀਂ ਤੇ ਬੀਜ ਹੀ ਪਾਇਆ ਸੀ ਨਾ ਜ਼ਮੀਨ ਦੇ ਵਿੱਚ, ਮਿੱਟੀ ਦੇ ਵਿੱਚ ਬੀਜ ਦੱਬਿਆ, ਉਹ ਪੁੰਗਰ ਗਿਆ, ਪੁੰਗਰ ਕੇ ਬੂਟਾ ਬਣ ਗਿਆ, ਬੂਟਾ ਬਣ ਕੇ ਫਿਰ ਰੁੱਖ ਬਣ ਗਿਆ, ਉਹਨੂੰ ਤਰ੍ਹਾਂ ਤਰ੍ਹਾਂ ਦੇ ਫਲ ਲੱਗ ਗਏ। ਤੁਸੀਂ ਆਪ ਦੇਖੋ ਕਈ ਐਸੇ ਰੁੱਖ ਨੇ ਜਿਨ੍ਹਾਂ ਦੇ ਰੰਗ ਵੇਖ ਕੇ ਕਹਿੰਦੇ ਆ ਵੀ ਇਹ ਵੀ ਕੁਦਰਤ ਨੇ ਬਣਾਏ ਨੇ। ਕਈ ਐਸੇ ਸਾਨੂੰ ਰੁੱਖ ਮਿਲਦੇ ਨੇ ਜਿਨ੍ਹਾਂ ਦੇ ਰੰਗ ਰੂਪ, ਉਹਨਾਂ ਦੀ ਬਨਾਵਟ ਵੇਖ ਕੇ, ਉਹਨਾਂ ਦੀ ਜਿਹੜੀ ਆ ਉਹ ਸਜਾਵਟ ਵੇਖ ਕੇ ਏਦਾਂ ਲੱਗਦਾ ਵੀ ਵਾਹ ਵਾਹ ਕਦੋਂ ਨਿਕਲਦਾ ਹੈ, ਜਦੋਂ ਅਸੀਂ ਆ ਕਰਤੇ ਦੀ ਕੁਦਰਤ ਨੂੰ ਵੇਖਦੇ ਹਾਂ। ਹੁਣ ਉਹ ਜਿਹੜੇ ਫੁੱਲ ਨੇ ਰੰਗ ਬਰੰਗੇ, ਉਹਨਾਂ ਦੇ ਵਿੱਚ ਰੰਗ ਭਰਨ ਵਾਲਾ ਕੌਣ ਹੈ? ਅਸੀਂ ਤੇ ਬੂਟਾ ਹੀ ਲਾਇਆ ਸੀ ਨਾ, ਤੇ ਜਦੋਂ ਬੂਟਾ ਲਾਇਆ ਸੀ ਇੱਕ ਵੀ ਫੁੱਲ ਉਹਦੇ ਤੇ ਨਹੀਂ ਸੀ। ਜਦੋਂ ਮਿੱਟੀ ਨੇ ਜੜਾਂ ਪਕੜ ਲਈਆਂ ਬੂਟੇ ਦੀਆਂ, ਉਹਦੇ ਵਿੱਚੋਂ ਫਿਰ ਫੁੱਲ ਨਿਕਲਿਆ, ਉਹ ਫੁੱਲ ਰੰਗ ਬਰੰਗਾ ਸੀ, ਉਹਦੇ ਵਿੱਚ ਰੰਗ ਭਰਨ ਵਾਲਾ ਕੌਣ ਹੈ? ਉਹ ਤਾਕਤ ਕਿਹਦੀ ਹੈ ਜਿਹੜੀ ਕੰਮ ਕੀਤੀ ਹੈ? ਆ ਮੋਰ ਦੇ ਖੰਭ ਵੇਖਦੇ ਹੋ ਕਿੰਨੇ ਸੋਹਣੇ ਲੱਗਦੇ ਆ, ਬਕਾਇਦਾ ਘਰ ਲੈ ਕੇ ਸਜਾਉਂਦੇ ਆ, ਉਹਦੇ ਵਿੱਚ ਜੋ ਰੰਗ ਭਰੇ ਨੇ ਉਹ ਕਿਹਨੇ ਭਰੇ ਨੇ? ਉਹ ਭਰਨ ਵਾਲਾ ਕੌਣ ਹੈ? ਮਾੜਾ ਜਿਹਾ ਵੀ ਰੰਗ ਇਧਰੋਂ ਇੱਧਰ ਨਹੀਂ ਹੁੰਦਾ। ਐਸੀ ਸੁੰਦਰ ਚਿੱਤਰਕਾਰੀ ਕਲਾਕਾਰੀ ਅਕਾਲ ਪੁਰਖ ਨੇ ਕੀਤੀ ਹੈ ਕਿ ਜਿੱਥੇ ਕਿੰਤੂ ਪਰੰਤੂ ਹੋ ਨਹੀਂ ਸਕਦਾ, ਸਗੋਂ ਹੈਰਾਨੀ ਨਾਲ ਵਾਹ ਨਿਕਲਦਾ, ਵਾਹ। ਹੁਣ ਉੱਥੇ ਕਿਹਦਾ ਬਲ ਚੱਲਿਆ, ਉੱਥੇ ਕਿਹਦਾ ਜ਼ੋਰ ਚੱਲਿਆ? ਸਾਡਾ ਜ਼ੋਰ ਜਿਹੜਾ ਹੈ ਉਹ ਨਹੀਂ ਉੱਥੇ ਚੱਲ ਸਕਦਾ। ਇਸ ਲਈ ਕਹਿ ਰਹੇ ਨੇ ਨਮੋ ਪਰਮ ਤਾਨੰ, ਉਹ ਪਰਮ ਹੈ, ਸਭ ਤੋਂ ਉੱਚਾ ਹੈ, ਉਹ ਸਭ ਤੋਂ ਉੱਚਾ ਹੈ। ਉਹਦਾ ਹੀ ਤਾਣ ਸੰਸਾਰ ਦੇ ਵਿੱਚ ਕੰਮ ਕਰਦਾ ਹੈ, ਉਹਦਾ ਹੀ ਬਲ ਕੰਮ ਕਰ ਰਿਹਾ, ਉਹਦੀ ਹੀ ਤਾਕਤ ਕੰਮ ਕਰ ਰਹੀ ਹੈ। ਇਸ ਲਈ ਸਭ ਕਹਿੰਦੇ ਇਹ ਸਾਰਾ ਪਸਾਰਾ ਵੀ ਉਹਦਾ ਹੈ, ਅਕਾਲ ਪੁਰਖ ਦਾ। ਇਸ ਲਈ ਅਕਾਲ ਪੁਰਖ ਜੀ ਨੂੰ ਨਮਸਕਾਰ ਹੈ ਜੀ। ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ। ਇਹ ਅਕਾਲ ਪੁਰਖ ਜੀ ਨੂੰ ਨਮਸਕਾਰ, ਕਿਉਂਕਿ ਉਹਦਾ ਜਿਹੜਾ ਮੰਤਰ ਹੈ ਨਾ ਮਹਾ ਮੰਤਰ ਹੈ। ਇਸ ਤੋਂ ਵੱਡਾ ਮੰਤਰ ਕੋਈ ਨਹੀਂ। ਮੰਤਰ ਹੁੰਦਾ ਜਿਹੜਾ ਮੂੰਹੋਂ ਪੜਿਆ ਜਾਏ। ਕਹਿਣ ਲੱਗੇ ਜੰਤਰ ਉਹ ਹੁੰਦਾ ਜਿਹੜਾ ਲਿਖਿਆ ਜਾਏ, ਤੰਤਰ ਉਹ ਹੁੰਦਾ ਜਿਹੜਾ ਕਹਿੰਦੇ ਤਵੀਤ ਬਣਾਇਆ ਜਾਏ। ਜਿਹਦਾ ਤਵੀਤ ਕਹਿੰਦੇ ਨਾ, ਤਵੀਤ ਬਣਾ ਕੇ ਲਿਆਓ, ਉਹਦੇ ਵਿੱਚ ਜਿਵੇਂ ਤਾਂਤਰਿਕ ਹੁੰਦੇ ਨੇ ਕਈ ਪ੍ਰਕਾਰ ਦੇ ਜਿਹੜੇ ਆ ਉਹ ਜੋਤਸ਼ੀ ਸਾਨੂੰ ਮਿਲ ਜਾਣਗੇ, ਉਹ ਕਈ ਤਰ੍ਹਾਂ ਦਾ ਮੰਤਰ ਪੜ੍ਹਦੇ ਵੀ ਨੇ ਤੇ ਕਈ ਤੰਤਰ ਲਿਖ ਕੇ ਵੀ ਦੇ ਦਿੰਦੇ ਆ। ਦੁਨੀਆ ਦੇ ਵਿੱਚ ਮੰਤਰ ਵੀ ਬੜੇ ਨੇ ਤੇ ਤੰਤਰ ਵੀ ਬੜੇ ਨੇ, ਯੰਤਰ ਵੀ ਬਹੁਤ ਦੁਨੀਆ ਦੇ ਵਿੱਚ ਨੇ, ਪਰ ਜਿਸ ਅਕਾਲ ਪੁਰਖ ਨਾਲ ਜੁੜਨਾ ਉਸ ਤੋਂ ਵੱਡਾ ਮੰਤਰ ਕੋਈ ਨਹੀਂ, ਉਹ ਮਹਾ ਮੰਤਰ ਹੈ। ਤਾਂ ਹੀ ਤੇ ਸਾਨੂੰ ਮੂਲ ਮੰਤਰ ਨਾਲ ਜੋੜਿਆ, ਸਾਨੂੰ ਆਮ ਮੰਤਰ ਨਾਲ ਥੋੜੀ ਜੋੜਿਆ, ਸਾਨੂੰ ਜੋੜਿਆ ਮੂਲ ਮੰਤਰ। ਮੂਲ ਕੀ ਹੈ? ਜਿਹੜਾ ਜਿੱਥੋਂ ਇਹ ਸ੍ਰਿਸ਼ਟੀ ਬਣੀ ਹੈ, ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਤੇ ਜਿਹਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਉਹ ਹੈ ਮੂਲ। ਕਿਉਂਕਿ ਬੀਜ ਤੋਂ ਹੀ ਫਲ ਬਣਦਾ, ਜੇ ਬੀਜ ਹੀ ਨਹੀਂ ਹੋਏਗਾ ਤੇ ਫਲ ਕਿੱਥੋਂ ਹੋਏਗਾ? ਜੇ ਅਕਾਲ ਪੁਰਖ ਹੈ, ਜੇ ਨਿਰੰਕਾਰ ਹੈ ਤੇ ਸੰਸਾਰ ਹੈ ਨਾ। ਜੇ ਅਨਿਰੰਕਾਰ ਨਾ ਹੁੰਦਾ ਤੇ ਸੰਸਾਰ ਨੂੰ ਕਿਹਨੇ ਬਣਾਉਣਾ ਸੀ? ਇਸ ਲਈ ਕਹਿ ਰਿਹਾ ਅਕਾਲ ਪੁਰਖ ਜੀ ਤੁਹਾਨੂੰ ਨਮਸਕਾਰ ਹੈ। ਤੁਹਾਡੇ ਕੋਲ ਉਹ ਮੰਤਰ ਹੈ ਜਿਹੜਾ ਸਾਰਿਆਂ ਨੂੰ ਵਸ ਕਰ ਲੈਂਦਾ ਹੈ। ਕਿਸੇ ਕੋਲ ਚਲੋ ਥੋੜਾ ਜਿਹਾ ਹੋਰ ਸੌਖਾ ਹੋ ਜਾਏ ਸਮਝ ਲੈਣਾ, ਕਿਉਂਕਿ ਬਾਣੀ ਨੂੰ ਬਾਰ-ਬਾਰ ਇਹੀ ਬੇਨਤੀ ਕਰੀਦੀ ਹੱਥ ਜੋੜ ਕੇ, ਬਾਣੀ ਨੂੰ ਸਮਝੀਏ। ਆਪਾਂ ਬਾਣੀ ਨੂੰ ਸਮਝ ਕੇ ਚੱਲਾਂਗੇ, ਬੜਾ ਰਸ ਬਣੇਗਾ। ਜੀਵਨ ਵੀ ਤਾਂ ਹੀ ਬਦਲੇਗਾ ਜੇ ਬਾਣੀ ਨੂੰ ਸਮਝਾਂਗੇ, ਨਹੀਂ ਤੇ ਪੜ ਗੱਡੀ ਲੱਦੀਆਂ ਵਾਲਾ ਹਿਸਾਬ ਤੇ ਹੋ ਹੀ ਰਿਹਾ ਫਿਰ। ਪਰ ਅੰਦਰ ਸੋਚ ਨਹੀਂ ਬਦਲ ਰਹੀ, ਖਿਆਲ ਨਹੀਂ ਬਦਲ ਰਹੇ, ਜੀਵਨ ਨਹੀਂ ਬਦਲ ਰਿਹਾ, ਆਚਰਣ ਨਹੀਂ ਬਦਲ ਰਿਹਾ, ਤੇ ਫਿਰ ਕੀ ਫਾਇਦਾ? ਸਵਾਦ ਤੇ ਤਾਂ ਹੈ ਨਾ ਵੀ ਬਾਣੀ ਪੜ੍ਹੀ ਸੀ, ਖਿਆਲ ਬਦਲ ਗਏ, ਸੋਚ ਬਦਲ ਗਈ, ਵਿਚਾਰ ਬਦਲ ਗਈ, ਰਸਤਾ ਬਦਲ ਗਿਆ। ਤੇ ਜੇ ਬਾਣੀ ਨਿਤਨੇਮ ਕਰਕੇ ਵੀ ਕਿਸੇ ਦੀ ਕਬਰ ਤੇ ਮੱਥਾ ਟੇਕਣਾ, ਫਿਰ ਨਿਤਨੇਮ ਦਾ ਕੀ ਫਾਇਦਾ? ਜੇ ਆਪਾਂ ਨਿਤਨੇਮ ਕਰਕੇ ਅੰਮ੍ਰਿਤ ਵੇਲੇ ਉੱਠੇ ਵੀ ਆ, ਇਸ਼ਨਾਨ ਵੀ ਕੀਤਾ, ਨਿਤਨੇਮ ਵੀ ਕੀਤਾ, ਤੇ ਘਰੋਂ ਚੱਲਣ ਲੱਗਿਆਂ ਕਿਸੇ ਪੀਰ ਫਕੀਰ ਦੇ ਵੀ ਅੱਗੇ ਜਾ ਕੇ ਝੁਕ ਗਏ, ਫਿਰ ਨਿਤਨੇਮ ਦੀ ਸਮਝ ਨਹੀਂ ਆਈ। ਤੇ ਸਾਨੂੰ ਉਹਦੀ ਸਮਝ ਨਹੀਂ ਆਈ ਜੋ ਅਸੀਂ ਪੜ੍ਹ ਕੇ ਆਏ ਹਾਂ। ਜਦੋਂ ਉਹਨੂੰ ਸਮਝ ਕੇ ਤੁਰਾਂਗੇ ਫਿਰ ਮਜਾਲ ਹੈ ਕਿ ਚਲਦਿਆਂ ਕਿਸੇ ਦੇ ਅੱਗੇ ਸਿਰ ਝੁਕ ਜਾਏ। ਫਿਰ ਬੰਦਾ ਕਹੇਗਾ ਸਿਰ ਜਾਏ,
ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਸਿੱਖੀ ਜੋ ਮੈਂ ਸਿੱਖਿਆ ਉਹਦੇ ਵਿੱਚ ਜੋ ਮੈਨੂੰ ਸਿਦਕ ਮਿਲਿਆ ਉਹ ਮੇਰਾ ਸਿਦਕ ਨਹੀਂ ਕੋਈ ਡੁਲਾ ਸਕਦਾ। ਤੇ ਜੇਕਰ ਉਹ ਨਿਤਨੇਮ ਕਰਕੇ ਚੱਲਿਆ ਤੇ ਰਾਹ 'ਚ ਬਿੱਲੀ ਲੰਘ ਗਈ ਤੇ ਬੰਦੇ ਦਾ ਸੋਚੀ ਪੈ ਗਿਆ ਵੀ ਹੁਣ ਕੀ ਕਰਾਂ ਮੈਂ, ਹੁਣ ਕੰਮ ਮੇਰਾ ਬਣਨਾ ਕੋਈ ਨਹੀਂ, ਬਿੱਲੀ ਰਸਤਾ ਕੱਟ ਗਈ ਤੇ ਫਿਰ ਨਿਤਨੇਮ ਕਰਨ ਦਾ ਫਾਇਦਾ ਕੀ ਹੋਇਆ। ਤੇ ਨਿਤਨੇਮ ਕੀਤਾ ਤੇ ਸੀ ਪਰ ਸਮਝਿਆ ਨਹੀਂ। ਜੇ ਸਮਝਿਆ ਹੁੰਦਾ ਫਿਰ ਭਾਵੇਂ ਕੋਈ 20 ਬਿੱਲੀਆਂ ਅੱਗੋਂ ਲੰਘਾ ਦਿੰਦਾ, ਕਦਮ ਨਹੀਂ ਸੀ ਰੁਕਣੇ। ਕਿਉਂ? ਕਿਉਂਕਿ ਮੈਂ ਮੂਲ ਮੰਤਰ ਨਾਲ ਜੁੜ ਕੇ ਆਇਆ, ਮੈਂ ਇੱਕ ਅਕਾਲ ਪੁਰਖ ਨਾਲ ਜੁੜ ਕੇ ਆਇਆ, ਮੈਂ ਉਹਦੇ ਨਾਲ ਜੁੜ ਕੇ ਆਇਆ ਜਿਹਦੇ ਵਸ ਕਾਮ ਧੇਨ ਦੀ ਹੈ, ਜਿਹਦੇ ਵਸ ਪਾਰਜਾਤ ਰੁੱਖ ਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ। ਕਾਮ ਧੇਨਾ ਕਹਿੰਦੇ ਕਾਮ ਧੇਨ ਗਊ ਜਿਹੜੀ ਇੱਕ ਮੰਨੀ ਹੈ, ਕਹਿੰਦੇ ਇਹ ਤੇ ਉਹਦੇ ਵਸ ਹੈ, ਇਹ ਵੀ ਉਹਦੇ ਵਸ ਵਿੱਚ ਹੈ। ਹੁਣ ਗੱਲ ਨੂੰ ਸਮਝ ਕੇ ਆਪਾਂ ਜਿਹੜਾ ਉਹ ਚੱਲਣ ਦਾ ਯਤਨ ਕਰੀਏ। ਦੁਨੀਆ 'ਚ ਤੁਸੀਂ ਵੀ ਦੇਖਦੇ ਹੋ ਦੀਵਾਰਾਂ ਵੀ ਭਰੀਆਂ ਪੋਸਟਰ ਦੇ ਨਾਲ, ਅਖਬਾਰਾਂ ਵੀ ਭਰੀਆਂ ਤੇ ਟੈਲੀਵਿਜ਼ਨ ਵੀ ਭਰੇ ਨੇ। ਸਾਡੇ ਕੋਲ ਉਹ ਮੰਤਰ ਹੈ ਵਸ਼ੀ ਕਰਨ ਵਾਲਾ, ਅਸੀਂ ਕਿਸੇ ਨੂੰ ਵੀ ਵਸ ਕਰ ਸਕਦੇ ਹਾਂ। ਇਹੋ ਜਿਹੇ ਲੋਕਾਂ ਕੋਲ ਜਾਇਓ, ਜ਼ਰੂਰ ਜਾਇਓ ਤੇ ਜਾ ਕੇ ਕਹਿਓ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਕਰਨ ਦਾ ਮੰਤਰ ਹੈ। ਇਹ ਮੰਤਰ ਕਿਸੇ ਕੋਲ ਨਹੀਂ ਹੈ। ਕਿਸੇ ਕੋਲ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵਸ ਵਿੱਚ ਕਰ ਲੈ? ਸਾਹਿਬ ਕਹਿੰਦੇ ਇੱਥੇ ਆ ਕੇ ਕਹਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਤੇ ਗੁਰੂ ਸਾਹਿਬ ਨੇ ਕਹਿਣਾ ਆ ਮਹਾ ਮੰਤਰ ਲੈ ਲੈ ਗੁਰਬਾਣੀ। ਜਦੋਂ ਗੁਰਬਾਣੀ ਪੜੇਗਾ ਇਹ ਪੰਜੇ ਹੀ ਵਸ ਵਿੱਚ ਆ ਜਾਣਗੇ, ਇਹ ਪੰਜੇ ਹੀ ਕਾਬੂ ਆ ਜਾਣ। ਆ ਜਿੰਨੇ ਵੀ ਦੁਨੀਆ 'ਚ ਅਡੰਬਰ ਰਚ ਕੇ ਬੈਠੇ ਆ ਨਾ, ਵਸ਼ੀ ਕਰਨ ਦਾ ਰੋਲਾ ਪਾਉਂਦੇ ਆ, ਇਹਨਾਂ ਨੂੰ ਕਹੋ ਇਹਨਾਂ ਪੰਜਾਂ ਨੂੰ ਵਸ ਕਰਕੇ ਵਿਖਾ, ਨਹੀਂ ਕਰ ਸਕਦੇ। ਅਸੀਂ ਲੋਕ ਅਗਿਆਨਤਾ ਦੇ ਵਸ ਹੋ ਕੇ ਉਹਨਾਂ ਮਗਰ ਲੱਗ ਜਾਂਦੇ ਆ। ਆ ਬੜੀਆਂ ਨੇ ਦੁਨੀਆ 'ਚ ਖੇਡਾਂ, ਮੈਨੂੰ ਮਾਫ ਕਰਿਆ ਜੇ ਕੋਈ ਬੁਰਾ ਨਾ ਸਮਝਿਓ। ਨੂੰਹ ਸੱਸ ਨੂੰ ਵਸ ਕਰਨਾ ਚਾਹੁੰਦੀ ਹੈ, ਸੱਸ ਨੂੰਹ ਨੂੰ ਵਸ ਕਰਨਾ ਚਾਹੁੰਦੀ ਹੈ। ਇਹੋ ਜਿਹੇ ਵੀ ਕੇਸਸ ਮਿਲਦੇ ਨੇ। ਕੋਈ ਬੰਦਾ ਕਹਿੰਦਾ ਵੀ ਮੇਰੇ ਕੋਲ ਆਇਆ ਸੀ, ਨੂੰਹ ਕਹਿੰਦੀ ਹੈ ਮੇਰੀ ਸੱਸ ਮੇਰੇ ਵਸ ਹੋ ਜਾਏ, ਤੇ ਸੱਸ ਕਹਿੰਦੀ ਹੈ ਵੀ ਨੂੰਹ ਮੇਰੇ ਵਸ ਵਿੱਚ ਰਵੇ। ਕਦੇ ਮਾਂ ਨੇ ਕਿਹਾ ਵੀ ਧੀ ਮੇਰੇ ਵਸ ਵਿੱਚ ਹੋਵੇ, ਤੇ ਧੀ ਨੂੰ ਕਹੇ ਵੀ ਮੇਰੀ ਮਾਂ ਮੇਰੇ ਵਸ ਵਿੱਚ ਹੋਵੇ। ਅਸੀਂ ਕੁਝ ਰਿਸ਼ਤੇ ਐਸੇ ਬਣਾ ਲਏ ਨੇ ਜਿਹਦੇ ਵਿੱਚ ਨਫ਼ਰਤ ਭਰ ਦਿੱਤੀ ਹੈ। ਉਹੀ ਸੱਸ ਤੇ ਨੂੰਹ ਦਾ ਰਿਸ਼ਤਾ ਮਾਂ ਧੀ ਦਾ ਬਣਾ ਕੇ ਵੇਖੋ, ਕਦੇ ਲੋਕਾਂ ਕੋਲ ਜਾਣ ਦੀ ਲੋੜ ਹੀ ਨਹੀਂ ਪੈਣੀ। ਚਲੋ ਗੱਲ ਤੁਰੀ ਤੇ ਇੱਕ ਗੱਲ ਸਾਂਝੀ ਕਰਾਂ, ਬੜੀ ਸੋਹਣੀ ਲੱਗੀ। ਇੱਕ ਗੱਲ ਕੰਨਾਂ ਦੇ ਵਿੱਚ ਪਈ। ਆ ਤਲਾਕ ਸ਼ਬਦ ਹੈ ਨਾ, ਇਹ ਪਤੀ ਪਤਨੀ ਵਾਸਤੇ ਹੀ ਕਿਉਂ ਬਣਿਆ? ਭਰਾ ਆਪਸ ਵਿੱਚ ਲੜਦੇ ਨੇ, ਕਤਲ ਵੀ ਹੋ ਜਾਂਦਾ ਹੈ ਭਰਾ ਦੇ ਹੱਥੋਂ ਭਰਾਵਾਂ ਦਾ, ਪਰ ਕਦੇ ਕਿਸੇ ਨੇ ਕਿਹਾ ਵੀ ਮੈਂ ਆਪਣੇ ਭਰਾ ਤੋਂ ਤਲਾਕ ਲੈਣਾ ਹੈ? ਰਿਸ਼ਤੇਦਾਰੀਆਂ ਦੇ ਵਿੱਚ ਕਿੰਨੇ ਰਿਸ਼ਤੇ ਨੇ ਆਪਸ ਵਿੱਚ ਲੜਾਈਆਂ ਹੋ ਜਾਂਦੀਆਂ, ਸ਼ਰੀਕ ਨੇ, ਇੰਨੀ ਮਾਰ ਕੁਟਾਈ ਹੁੰਦੀ ਹੈ, ਲੜਾਈਆਂ ਹੁੰਦੀਆਂ ਨੇ, ਕਿੰਨੇ ਕੇਸਸ ਚੱਲ ਰਹੇ ਆ, ਪਰ ਕਦੀ ਕਿਹਾ ਵੀ ਮੈਂ ਤਲਾਕ ਲੈਣਾ ਹੈ? ਇਹ ਪਤੀ ਪਤਨੀ ਤੇ ਹੀ ਤਲਾਕ ਕਿਉਂ ਸ਼ਬਦ ਜੋੜਿਆ ਗਿਆ? ਔਰ ਉਸ ਤਲਾਕ ਦੀ ਆੜ ਦੇ ਵਿੱਚ ਅਸੀਂ ਕਿੰਨੇ ਹੁਣ ਤੱਕ ਘਰ ਪਰਿਵਾਰ ਉਜੜ ਗਏ, ਕਿੰਨੇ ਪਰਿਵਾਰ ਖਿੰਡ ਗਏ, ਕਿਉਂਕਿ ਇਹ ਸ਼ਬਦ ਪਤੀ ਪਤਨੀ ਲਈ ਜੋੜਿਆ ਗਿਆ। ਇਹ ਭਰਾ ਵਿੱਚ ਲੜਦੇ ਆ, ਉੱਥੇ ਕਿਉਂ ਨਹੀਂ ਜੋੜਿਆ? ਪਿਓ ਪੁੱਤਰ ਆਪਸ ਵਿੱਚ ਲੜ ਪੈਂਦੇ ਆ, ਪੁੱਤਰ ਕਹਿੰਦਾ ਪਿਤਾ ਨੂੰ ਵੀ, ਕਿੰਨੇ ਬਿਰਧ ਆਸ਼ਰਮ ਖੁੱਲੇ ਹੋਏ ਨੇ, ਮਾਂ-ਬਾਪ ਨੂੰ ਘਰੋਂ ਕੱਢ ਦਿੱਤਾ, ਤੇ ਕਦੀ ਉੱਥੇ ਜੁੜਿਆ ਵੀ ਅਸੀਂ ਤਲਾਕ ਦੇ ਦਿੱਤਾ? ਕਿੰਨੇ ਮਾਂ-ਬਾਪ ਬਿਰਧ ਆਸ਼ਰਮ ਬੈਠੇ ਹੋਏ ਨੇ, ਉੱਥੇ ਇਹ ਸ਼ਬਦ ਕਿਉਂ ਨਹੀਂ? ਸਿਰਫ ਇੱਕ ਪਤੀ ਔਰ ਪਤਨੀ ਲਈ ਇਹ ਸ਼ਬਦ ਕਿਉਂ ਜੋੜਿਆ ਗਿਆ? ਇਹ ਬਹੁਤ ਗਲਤ ਸਿਸਟਮ ਹੈ। ਲੜਾਈਆਂ ਤੇ ਹਰ ਘਰ ਦੇ ਵਿੱਚ ਹੁੰਦੀਆਂ ਨੇ, ਭਰਾਵਾਂ ਦੀਆਂ ਹੁੰਦੀਆਂ, ਬੱਚੇ ਮਾਂ-ਬਾਪ ਨੂੰ ਕੱਢ ਦਿੰਦੇ ਆ, ਮਾਂ-ਬਾਪ ਬੱਚਿਆਂ ਨੂੰ ਕੱਢ ਦਿੰਦੇ ਆ, ਉੱਥੇ ਤੇ ਇਹ ਸ਼ਬਦ ਨਹੀਂ ਅਸੀਂ ਜੋੜਦੇ। ਪਰ ਇੱਕ ਰਿਸ਼ਤਾ ਐਸਾ ਸੀ ਜਿੱਥੇ ਅਸੀਂ ਜੋੜ ਦਿੱਤਾ। ਕਈ ਐਸੇ ਨੇ, ਮਾਫ ਕਰਨਾ, ਕੋਈ ਕਿਸੇ ਦੇ ਕਿੰਤੂ ਪਰੰਤੂ ਨਹੀਂ ਹੈ। ਸਿਰਫ ਇੱਕ ਸਮਝਣ ਦੀ ਲੋੜ ਹੈ ਕਿ ਭੈਣ ਭਰਾ ਸਿਰਫ ਇੱਕ ਦਿਨ ਲਈ ਇਕੱਠੇ ਹੋਣੇ ਆ, ਮੁੜ ਕੇ 364 ਦਿਨ ਪਤਾ ਹੀ ਨਹੀਂ ਭੈਣ ਕਿੱਥੇ ਹੈ, ਭਰਾ ਕਿੱਥੇ ਹੈ। ਹਾਲ ਚਾਲ ਕਦੇ ਪੁੱਛਿਆ ਹੀ ਨਹੀਂ ਫੋਨ ਕਰਕੇ ਵੀ ਭੈਣੇ ਤੂੰ ਠੀਕ ਹੈ।
कदे भैन ने हाल चाल पुछिया ही नहीं 364 दिन कि वीर तू ठीक है, तू किस तरह है, किवें रह रहा है। पर एक दिन आउंदा है जदों असीं दुनिया नूं दिखाने आ कि मैं इहदी भैन आ ते इह मेरा वीर है। सिर्फ एक दिन वास्ते ही रह गया। साडा भैन भरावां दा रिश्ता ते हर दिन दा सी, हर टाइम दा, हर समय दा रिश्ता सी, पर असीं उहनूं एक दिन च बंद कर दिता। असीं एक पति पत्नी दे रिश्ते नूं तलाक विच बंद कर दिता कि झगड़े तां हर एक नाल हुंदे आ, पर उत्थे असीं ये शब्द क्यों नहीं वरतदे। अज साडी हालत ये हो गई है कि अज देखो उन्ने आनंद कारज विवाह नहीं हुंदे जिन्ने अज तलाक हुंदे आ। सानू समझना पएगा, कुछ बुद्धि जीवां नूं बैठ के, ज्ञानवान पुरुषां नूं बैठ के आउण वाले समय नूं सुधारन लई विचारां करनियां पैणगीਆਂ। खैर आपां विचार विच आईए। गल सी मंत्र दी, गल है जंतर दी। किसे कोल कोई ऐसा जंतर, कोई ऐसा मंत्र है जिहड़ा काम क्रोध लोभ मोह हंकार नूं वस विच कर सके। इसलिए इहो जिहे जंतर मंत्र छड्ड के आ महामंत्र नाल जुड़ो, जिहड़ा तुहाडे अंदर दे काम क्रोध लोभ मोह हंकार नूं वस विच कर लेगा। जिथे मन ने एक अरदास करनी है, पंच बेखादी एक गरीबा, एक गरीब पुकार कर रहा है कि ये पंज बेखादी जिहड़े ने बड़ा बखेड़ा खड़ा करते ने, बड़ा झगड़ा खड़ा करते ने, बड़ियां लड़ाइयां पैदा करते ने। ये वाहिगुरु जी इन्हां पंजां नूं वस विच कर लो। ते महाराज कहंदे ओह है परमेश्वर दा नाम। इसलिए नमो सर्ब मंत्रं, मेरी नमस्कार उस अकाल पुरख नूं है जिहड़ा सर्ब मंत्रं, जिहड़ा सारियां नूं अपने मंत्र नाल वस कर लैण वाला है। परमेश्वर दा नाम नमो सर्ब जंत्रं, कहंदे नमस्कार है उस अकाल पुरख नूं जिहदे कोल ऐसा मंत्र यंत्र है। यंत्र आपां जो कोई चीज चलदी है ना मशीनरी टाइप, असीं कहने यंत्र, आ जिहड़े हवाई जहाज ये भी यंत्र ही है। ਉਹਦੇ ਕੋਲ भी ऐसा यंत्र है कि ਜਿਹੜਾ ਉਹ ਸਾਡੇ अंदर ਦੀ शैतानियत ਨੂੰ वस कर ਲੈਂਦਾ है, ਜਿਹੜਾ ਸਾਡੇ अंदर ਦੇ ਵਿਕਾਰਾਂ ਨੂੰ वस ਵਿੱਚ कर ਲੈਂਦਾ है, ਸਾਡੇ अंदर ਦੀਆਂ ਬੁਰਾਈਆਂ ਨੂੰ वस ਵਿੱਚ कर ਲੈਂਦਾ है। ਇਸ ਲਈ ਅਕਾਲ ਪੁਰਖ ਜੀ ਤੁਹਾਨੂੰ ਨਮਸਕਾਰ ਹੋਵੇ। ਤੁਸੀਂ ਹੀ ਮਹਾ ਮੰਤਰ ਹੋ, ਤੁਸੀਂ ਹੀ ਮਹਾ यंत्र हो जी। नमो सर्व दृसं नमो सर्व कृसं। हे अकाल पुरख जी, सर्व दृसन सारा कुछ तुहानू जिहड़ा वो दिखाई दे रहा, जां जपजी साहिब चों आपां समझ लईए ओ वेखै ओना नजर ना आवे। वो सारियां नू वेख रहा, ओदी दृष्टि विच सारे ही ने, ओदी नज़र विच सारे ही ने, पर साडी नज़र विच ओ नहीं है। ਉਹਦੀ ਨਜ਼ਰ ਵਿੱਚ ਸਾਰਿਆਂ ਦੀ ਸੰਭਾਲ ਹੋ ਰਹੀ ਹੈ, ਪਰ ਸਾਡੀ ਨਜ਼ਰ ਵਿੱਚ ਉਹਦੇ ਨਾਮ ਦੀ ਸੰਭਾਲ ਨਹੀਂ ਹੋ ਰਹੀ। ਜਿਵੇਂ ਮਾਂ-ਬਾਪ ਤਾਂ ਇੱਕ ਹੀ ਹੁੰਦੇ ਨੇ ਨਾ, ਉਹਨਾਂ ਦੇ ਬੱਚੇ 4 ਹੋਣ 6 ਹੋਣ 5 ਹੋਣ, ਚਲੋ ਜਿੰਨੇ ਵੀ ਹੋਣ 6, ਇੱਕ ਮਾਂ-ਬਾਪ 6 ਬੱਚਿਆਂ ਨੂੰ ਪਾਲ ਲੈਂਦੇ ਆ, ਪਰ 6 ਬੱਚਿਆਂ ਕੋਲੋਂ ਇੱਕ ਮਾਂ-ਬਾਪ ਨਹੀਂ ਪਾਲੇ ਜਾਂਦੇ, ਪਾਲਣੇ ਔਖੇ ਹੋ ਜਾਂਦੇ ਨੇ। ਇਸੇ ਤਰ੍ਹਾਂ ਉਹ ਸਾਰਿਆਂ ਨੂੰ ਪਾਲ ਰਿਹਾ ਹੈ, ਕਿਉਂਕਿ ਸਾਰੇ ਉਹਦੀ ਨਜ਼ਰ ਦੇ ਵਿੱਚ ਨੇ, ਸਾਰੇ ਉਹਦੀ ਦ੍ਰਿਸ਼ਟੀ ਵਿੱਚ ਨੇ, ਉਹਦੀ ਨਜ਼ਰ ਵਿੱਚ ਨੇ, ਪਰ ਸਾਰੀ ਦੁਨੀਆ ਉਹਦੇ ਨਾਮ ਨਾਲ ਨਹੀਂ ਜੁੜੀ ਹੋਈ। ਜੇ ਸਾਰੀ ਦੁਨੀਆ ਉਹਦੇ ਨਾਮ ਨਾਲ ਜੁੜੀ ਹੋਵੇ ਫਿਰ ਤੇ ਦੁਨੀਆ 'ਚ ਕੋਈ ਪਾਪ ਬੁਰਾਈ ਵਿਕਾਰ ਹੋਵੇ ਹੀ ਕੋਈ ਨਾ, ਪਰ ਅੱਧੀ ਦੁਨੀਆ ਉਹਦੇ ਨਾਲ ਜੁੜੀ ਹੈ ਤੇ ਅੱਧੀ ਵਿਕਾਰਾਂ ਦੀ ਦਲਦਲ 'ਚ ਫਸੀ ਹੈ। ਇਸ ਲਈ ਕਹਿ ਰਹੇ ਨੇ ਕਿ ਉਹ ਸਰਬ ਦ੍ਰਿਸੰ, हे मालिक जी सारे तेरी दृष्टि दे हेठा ने, तेरी नजर दे हेठा ने, पर तू सारियां नू वेखण वाला है, सारे तैनू नहीं वेख पा रहे। नमो सर्व कृसं, कहण लगे हे मालिक जी तू सारियां नू अपने वल खिच लैण वाला है। जां कईयां ने इहदा अर्थ कीता है नाश करना, कृश करना, जिवें कहंदे ना क्रैश हो गया। कहने लगे मालिक जी तू सारियां दा नाश करता है, तू सारियां नू नाश कर सकदा है, पर सारे रल के तैनू नाश नहीं कर सकते। बड़ी बार इत्थे भी बेनती कीती कि जिस गुरु ग्रंथ साहिब जी दे आप लड़ लग के
ਅੰਮ੍ਰਿਤ ਬਾਣੀ ਦਾ ਅਭਿਆਸ ਕਰਦੇ ਹੋ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਆਪਣੇ ਮਨਾਂ ਚੋਂ ਭੁਲੇਖੇ ਕੱਢ ਦਈਏ ਆਪਾਂ, ਕੋਈ ਨਾਸ਼ ਨਹੀਂ ਕਰ ਸਕਦਾ, ਕਿਉਂਕਿ ਇਹ ਕਿਤੇ ਸਾਡਾ ਜਾਂ ਸਾਡੀ ਬਰਾਦਰੀ ਜਾਂ ਸਾਡੇ ਕੁੱਲਾਂ ਦੇ ਕਿਤੇ ਬਣਾਏ ਹੁੰਦੇ ਗੁਰੂ ਤੇ ਹੁਣ ਤੱਕ ਦੇ ਕਦੋਂ ਦਾ ਹਾਰ ਪੈ ਜਾਂਦਾ, ਪਰ ਇਹ ਸਾਡਾ ਬਣਾਇਆ ਨਹੀਂ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ। ਜਿਹਨੇ ਪ੍ਰਭ ਨੂੰ ਸ਼ਬਦ ਵਿੱਚੋਂ ਖੋਜਣਾ, ਉਹ ਸ਼ਬਦ ਦਾ ਨਾਸ਼ ਕਿਵੇਂ ਕਰ ਸਕਦਾ ਹੈ? ਹੁਣ ਤੱਕ ਕਿੰਨੀਆਂ ਬੇਅਦਬੀਆਂ ਹੋਈਆਂ ਨੇ, ਕਿੰਨੇ ਐਸੀ ਘਟਨਾਵਾਂ ਹੋਈਆਂ ਕਿ ਨਾਸ਼ ਹੈ? ਨਹੀਂ, ਗੁਰੂ ਸਾਹਿਬ ਤਾਂ ਅੱਜ ਵੀ ਪ੍ਰਕਾਸ਼ਮਾਨ ਹੈ, ਅੱਜ ਵੀ ਪਾਲਕੀ ਵਿੱਚ ਸਵਾਰ ਹੋ ਕੇ ਆਏ ਆ, ਰੋਜ਼ ਹੀ ਆਉਣਗੇ, ਕਿਉਂਕਿ ਉਹ ਅਟਲ ਹੈ, ਜੁਗ ਹੋ ਜੁਗ ਅਟਲ ਹੈ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਅਕਾਲ ਪੁਰਖ ਜੀ ਤੁਸੀਂ ਸਾਰਿਆਂ ਨੂੰ ਨਾਸ਼ ਕਰ ਸਕਦੇ ਹੋ, ਪਰ ਤੁਹਾਨੂੰ ਨਾਸ਼ ਕਰਨ ਵਾਲਾ ਇਸ ਧਰਤੀ ਤੇ ਕੀ ਪੂਰੇ ਬ੍ਰਹਿਮੰਡ ਦੇ ਵਿੱਚ ਵੀ ਕੋਈ ਨਹੀਂ ਹੈ। ਇਸ ਲਈ ਅਕਾਲ ਪੁਰਖ ਜੀ ਨੂੰ ਨਮਸਕਾਰ ਹੋਵੇ। ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ। ਸਰਬ ਰੰਗੇ, ਸਭੇ ਰੰਗ ਨਾਰਾਇਣੇ। ਆ ਸਾਰੇ ਜਿੰਨੇ ਵੀ ਕੁਦਰਤ ਦੇ ਰੰਗ ਵੇਖ ਰਹੇ ਹੋ ਕਿਹਦੇ ਨੇ? ਇਹ ਸਾਰੇ ਹੀ ਰੰਗ ਉਹਦੇ ਨੇ, ਪਰ ਉਹਦਾ ਆਪਣਾ ਕੋਈ ਵੀ ਰੰਗ ਨਹੀਂ ਹੈ। ਇਹ ਜਿੰਨੇ ਵੀ ਅਸੀਂ ਰੰਗ ਵੇਖ ਰਹੇ ਹਾਂ ਸਾਰੇ ਹੀ ਉਹਦੇ ਰੰਗ ਨੇ। ਨਮੋ ਸਰਬ ਰੰਗੇ, ਸਰਬ ਰੰਗੇ, ਸਾਰੇ ਦੇ ਸਾਰੇ ਹੀ ਕੁਦਰਤ ਦੇ ਰੰਗ। ਆ ਰੰਗ ਨਹੀਂ ਜਿਹੜੇ ਆਪਾਂ ਬਣਾਏ ਨੇ, ਆ ਜਿਨ੍ਹਾਂ ਨਾਲ ਹੋਲੀ ਖੇਡਣੀ ਹੈ ਤੁਸੀਂ, ਜਿਹੜੇ ਰੰਗਾਂ ਦੇ ਵਿੱਚ ਤੁਹਾਨੂੰ ਇਹ ਨਾ ਪਤਾ ਲੱਗੇ ਵੀ ਇਹ ਧੀ ਭੈਣ ਕਿਹਦੀ ਹੈ, ਕੋਈ ਕਿਸੇ ਬਜ਼ੁਰਗ ਦੀ, ਤੁਸੀਂ ਕਿਸੇ ਬਜ਼ੁਰਗ ਦਾ ਸਤਿਕਾਰ ਭੁੱਲ ਜਾਓ, ਕਿਸੇ ਧੀ ਭੈਣ ਦੀ ਇੱਜ਼ਤ ਭੁੱਲ ਜਾਓ। ਕੀ ਕਰਨਾ ਇਹੋ ਜਿਹੇ ਰੰਗਾਂ ਦਾ? ਜਿਹੜੇ ਰੰਗ ਸਾਡੇ ਮਨ ਵਿੱਚ ਸ਼ਰਾਰਤ ਪੈਦਾ ਕਰਨ, ਉਹੋ ਜਿਹੇ ਰੰਗ ਨਹੀਂ ਸਾਨੂੰ ਚਾਹੀਦੇ। ਸਾਨੂੰ ਉਹ ਰੰਗ ਚਾਹੀਦਾ ਜਿਹਦੇ ਨਾਲ ਕਿਸੇ ਬਜ਼ੁਰਗ ਦਾ ਸਤਿਕਾਰ ਵੀ ਕਰਨਾ ਆ ਜਾਏ ਤੇ ਕਿਸੇ ਧੀ ਭੈਣ ਨੂੰ ਆਪਣਾ ਧੀ ਭੈਣ ਸਮਝ ਕੇ ਉਹਦਾ ਸਤਿਕਾਰ ਵੀ ਕਰਨਾ ਆ ਜਾਏ। ਸਾਨੂੰ ਉਹ ਰੰਗ ਚਾਹੀਦਾ ਜਿਹਦੇ ਨਾਲ ਮਨ ਸ਼ਰਾਰਤ ਨਾ ਕਰੇ, ਮਨ ਵਿੱਚ ਸ਼ਰਾਰਤ ਪੈਦਾ ਨਾ ਹੋਵੇ। ਉਹ ਰੰਗ ਕਿਹੜਾ ਹੈ? ਆ ਨਾਮ ਦਾ ਰੰਗ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਅਸੀਂ ਆਹ ਰੰਗ ਦੀ ਹੋਲੀ ਖੇਡਣੀ ਹੈ। ਦੁਨਿਆਵੀ ਰੰਗ ਵਿਕਾਰ ਪੈਦਾ ਕਰਦੇ ਨੇ, ਨਫ਼ਰਤ ਪੈਦਾ ਕਰਦੇ ਨੇ। ਕਈਆਂ ਨੂੰ ਤੁਸੀਂ ਦੁਖੀ ਕਰਨਾ, ਪਰੇਸ਼ਾਨ ਕਰਨਾ। ਕੋਈ ਚੰਗਾ ਭਲਾ ਘਰੋਂ ਨਿਕਲਿਆ ਹੋਏਗਾ, ਉਹਨੂੰ ਤੇ ਰੰਗ ਸੁੱਟੋਗੇ, ਉਹਦਾ ਤੇ ਦਿਲ ਦੁਖੇਗਾ। ਕੋਈ ਕਿਸੇ ਕੰਮ ਚੱਲਿਆ ਹੋਏਗਾ, ਉਹ ਕੰਮ ਉਹਦਾ ਰੁਕ ਜਾਏਗਾ। ਕੋਈ ਧੀ ਭੈਣ ਜਿਹੜੀ ਆ ਉਹ ਨਿਕਲੇਗੀ, ਸਾਡਾ ਮਨ ਸ਼ਰਾਰਤ ਕਰੇਗਾ, ਅਸੀਂ ਉਹਦੇ ਨਾਲ ਦੁਰਵਿਹਾਰ ਕਰਾਂਗੇ, ਕਿੰਨਾ ਉਹਦਾ ਮਨ ਦੁਖੀ ਹੋਏਗਾ। ਸਾਨੂੰ ਇਹ ਰੰਗ ਨਹੀਂ ਦਿੱਤੇ ਮਾਲਕ ਨੇ। ਸਭ ਕਹਿੰਦੇ ਹੋਲੀ ਖੇਡਣੀ ਆ, ਆਓ ਗੁਰਦੁਆਰੇ ਆਓ, ਸੰਗਤ ਆਪਾਂ ਹੋਲੀ ਖੇਡਦੇ ਆ। ਆ ਰੰਗੀ ਸਿੱਟ ਰਹੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਤੁਹਾਡੇ ਤੇ, ਆ ਰੰਗੀ ਖੇਡ ਰਹੇ ਨੇ। ਨਮੋ ਸਰਵ ਗਿਆਨੰ ਨਮੋ ਪਰਮ ਤਾਨੰ। ਇਹ ਰੰਗ ਵਿੱਚ ਰੰਗ ਕੇ ਜਾਓ। ਜਦੋਂ ਇਸ ਰੰਗ ਵਿੱਚ ਰੰਗ ਕੇ ਜਾਓਗੇ ਫਿਰ ਕਿਸੇ ਦਾ ਦਿਲ ਦੁਖਾਓਗੇ, ਕਿਸੇ ਨਾਲ ਕੋਈ ਦੁਰਵਿਹਾਰ ਕਰੋਗੇ, ਕਿਸੇ ਨਾਲ ਮਾੜਾ ਵਿਹਾਰ ਕਰੋਗੇ? ਨਹੀਂ ਕਰੋਗੇ। ਹਰ ਇੱਕ ਦਾ ਸਤਿਕਾਰ ਕਰੋਗੇ, ਹਰ ਇੱਕ ਨੂੰ ਪਿਆਰ ਕਰੋਗੇ, ਕਿਉਂਕਿ ਇਹ ਰੰਗ ਤੁਹਾਨੂੰ ਮਾੜੇ ਕਰਮ ਕਰਨਾ ਨਹੀਂ ਸਿਖਾਉਂਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨ ਲਾਗੇ ਦਾਗਾ। ਉਹਨੂੰ ਕੋਈ ਕਿਸੇ ਵਿਕਾਰ ਦਾ ਦਾਗ ਲੱਗਦਾ ਹੀ ਨਹੀਂ। ਯਤਨ ਕਰੀਏ ਆਪਾਂ ਆਹ ਹੋਲੀ ਸਾਨੂੰ ਕਿਤੇ ਨਾਮ ਦੇ ਰੰਗ ਦੀ ਖੇਡਣੀ ਆ ਜਾਏ। ਅਰਦਾਸ ਕਰਕੇ ਜਾਇਓ ਕਿ ਤੁਹਾਡੇ ਦਰ ਤੇ ਆਏ ਆ, ਸਾਨੂੰ ਐਸਾ ਰੰਗ ਚੜ੍ਹ ਦਿਓ, ਇਹ ਰੰਗ ਤਾਂ ਦੂਜਿਆਂ ਨੂੰ ਵੰਡੀਏ, ਪਰ ਜਿਹੜੇ ਦੁਨਿਆਵੀ ਰੰਗ ਨੇ ਉਹ ਨਾ ਆਪਾਂ ਆਪ ਖੇਡੀਏ ਤੇ ਨਾ ਦੂਜਿਆਂ ਨੂੰ ਵੰਡੀਏ। ਆਹ ਰੰਗ ਵਿੱਚ ਰੰਗ ਕੇ ਜਾਵਾਂਗੇ ਤੇ ਜਿਹੜਾ ਵੀ ਮਿਲੇਗਾ ਉਹ ਵੀ ਰੰਗਿਆ ਜਾਏਗਾ, ਉਹਦੇ ਉੱਤੇ ਵੀ ਇਹ ਨਾਮ ਦੀ ਲਾਲੀ ਆ ਜਾਏਗੀ। ਇਸ ਲਈ ਨਮੋ ਸਰਬ ਰੰਗੇ। ਇਹ ਅਕਾਲ ਪੁਰਖ ਜੀ ਸਾਰੇ ਰੰਗ ਤੁਹਾਡੇ ਹੀ ਨੇ। ਤਰਭੰਗੀ ਆਨੰਗੇ, ਤਰਭੰਗੀ ਤੇਰੇ ਭਵਨ ਨੂੰ ਨਾਸ਼ ਕਰਨ ਵਾਲੇ ਵੀ ਤੁਸੀਂ ਹੋ, ਬਣਾਉਣ ਵਾਲੇ ਵੀ ਤੁਸੀਂ ਹੋ। ਤੁਹਾਡਾ ਆਪਣਾ ਕੋਈ ਅੰਗ ਨਹੀਂ ਹੈ। ਅਨੰਗੇ, ਅੰਗ ਤੋਂ ਰਹਿਤ, ਇਹ ਸਾਰੇ ਆਕਾਰ ਤੁਹਾਡੇ ਹੀ ਨੇ।
पर तुहाडा अपना कोई अंग नहीं है भी आ हथ है, आ पैर है, अख है, मूँह है, नक, तुसी अंग तो रहत हो जी। नमो जीव जीवं नमो बीज बीजे। ये जिन्ने भी जीव ने जीवन, इन्हां सारियां नूं जीवन दान देण वाले तुसी हो महाराज जी। ताई तां तुहानूं कहंदे जगदीश, जगत दा ईश्वर। सारे जीव संसार नूं जीवन देण वाले तुसी हो, सारे जीवां दी जान भी तुसी हो। नमो बीज बीजे, तुसी बीजां दे भी बीज हो। आ जिन्ने भी बीज ने इस संसार विच, जे वो बीज ना हुंदा अकाल पुरख दा, फिर ये बीज कित्थों आउणे सी। वो बीज बीजे, वो सारे बीज तो सरमौर बीज है। जिवें बाणी तां दुनिया च बहुत है, पर जिहड़ी बाणी नाल आपां जुड़े हां, ये बाणीआं सिर बाणी, ये सिरमौर बाणी है। इसे तरह अकाल पुरख जी तुहानूं नमस्कार होवे। तुसीं सारे जीवां दी जान हो और सारे संसार विच ਉਹ मूल बीज हो जिथों ये सारे बीज पैदा होए हन। अभिजे अभिजे समस्तं प्रसिजे। तुसीं कदे खिजदे नहीं हो, सदा विगास, सदा खिड़े रहण वाले, सदा प्रसन्न रहण वाले। ਜਿਹੜਾ ਤੁਹਾਡੇ दायरे विच आउंदा ਉਹ भी सदा विगास विच रहिंदा है। ਉਹ कदे खिजदा नहीं, ਉਹਦੇ मत्थे कदे वट नहीं पैंदे, ਉਹ कदे परेशान नहीं हुंदा है। आ भिजे महाराज जी, आ ਜਿਹੜੇ पखंड रच के बैठे है ना, तुसीं कदे इन्हां दे पखंडां विच आके भिजदे नहीं हो, इन्हां दे जाल विच नहीं फसदे हो। सडों साडा मन तुहाडे नाम विच भिज जाएगा ते असीं आल जंजाल तो निकल जावांगे। ਇਹ अकाल पुरख वाहिगुरु जी, ਜਾਂ ਅਭਿਜ ਦਾ ਅਰਥ ਕਈ ਵਿਦਵਾਨਾਂ ਨੇ ਵੰਡਿਆ, ਉਹਦੀ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਉਹ ਕਿਸੇ ਵੀ ਵਹਿਮ ਭਰਮ ਕਰਮ ਕਾਂਡ ਵਿੱਚ ਆ ਕੇ ਕਿਸੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਹੈ। ਹਾਂ, ਅਸੀਂ ਜਿੱਦਣ ਉਹਦੇ ਤੋਂ ਪ੍ਰਭਾਵਿਤ ਹੋਵਾਂਗੇ, ਦੁਨੀਆ ਸਾਨੂੰ ਆਪਣੇ ਜਾਲ 'ਚ ਪ੍ਰਭਾਵਿਤ ਨਹੀਂ ਕਰ ਸਕਦੀ। ਉਹ ਕਦੇ ਨਹੀਂ ਜਿਹੜਾ ਉਹ ਖਿਜਦਾ ਨਹੀਂ, ਸਦਾ ਪ੍ਰਸੰਨ ਚਿੱਤ ਰਹਿੰਦਾ ਹੈ। ਸਮਸਤੰ ਪ੍ਰਸਿਜੈ, ਇਹ ਮਾਲਕ ਜੀ ਆ ਜਿੰਨੇ ਵੀ ਨੇ ਸਾਰੇ ਦੇ ਸਾਰੇ ਹੀ ਤੂੰ ਸਾਰਿਆਂ ਤੇ ਪ੍ਰਸਿਜੈ, ਪ੍ਰਸੰਨ ਹੋਣ ਵਾਲਾ ਹੈ। ਸਾਰਿਆਂ ਉੱਤੇ ਤਰੁੱਠ ਕੇ ਬਖਸ਼ਿਸ਼ਾਂ ਕਰਨ ਵਾਲੇ ਹੋ। ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸ। ਤੁਹਾਡਾ ਸਰੂਪ ਹੈ ਕਿਰਪਾ ਦਾ, ਤੁਸੀਂ ਹਰ ਇੱਕ ਦੇ ਉੱਤੇ ਕਿਰਪਾ ਵਰਤਾਉਂਦੇ ਹੋ। ਤੁਸੀਂ ਕਿਰਪਾ ਦੇ ਘਰ 'ਚ ਰਹਿੰਦੇ ਹੋ। ਜਿਹੜੇ ਕੁਕਰਮੰ ਨੇ, ਭੈੜੀ ਮੱਤ ਵਾਲੇ, ਮਾੜੀ ਬੁੱਧੀ ਵਾਲੇ, ਮਾੜੇ ਕਰਮ ਕਰਨ ਵਾਲੇ, ਪਰਨਾਸੀ, ਉਹਨਾਂ ਦੇ ਪ੍ਰਾਣ ਖਿੱਚ ਕੇ ਉਹਨਾਂ ਦਾ ਨਾਸ਼ ਕਰਨ ਵਾਲੇ ਤੁਸੀਂ ਹੋ। ਭੈੜੀ ਬੁੱਧੀ ਦਾ ਨਾਸ਼ ਕਰਨ ਵਾਲੇ ਹੋ ਜੀ। ਸਦਾ ਸਰਬਦਾ ਰਿਧ ਸਿੱਧੰ ਨਿਵਾਸੀ। ਇਹ ਮਾਲਕ ਜੀ ਤੂੰ ਸਾਰੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ। ਸਿੱਧੀਆਂ ਸਿੱਧੀਆਂ ਦਾ ਮਤਲਬ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ। ਤੂੰ ਸਰਬ ਕਲਾ ਗਿਆਤਾ ਹੈ। ਸਾਰੀਆਂ ਸ਼ਕਤੀਆਂ ਤੇਰੇ ਘਰ ਦੇ ਵਿੱਚ ਨਿਵਾਸ ਰੱਖਦੀਆਂ ਨੇ। ਇਸ ਲਈ हे ਅਕਾਲ ਪੁਰਖ ਜੀ, ਤੁਹਾਨੂੰ ਸਾਡੀ ਨਮਸਕਾਰ 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 ਹੈ। ਇਹ ਗੁਣ ਅਸੀਂ ਵੇਖ ਕੇ ਤਾਂ ਬਾਰ-ਬਾਰ ਨਮਸਕਾਰ ਕਰਨੀ। ਤੇ ਇੱਕ ਬੇਨਤੀ ਜ਼ਰੂਰ ਕਰਿਓ ਕਿ ਮਾਲਕ ਜੀ, ਆ ਦੁਨੀਆ ਨੇ ਪਤਾ ਨਹੀਂ ਕਿਹੜੇ ਕਿਹੜੇ ਰੰਗਾਂ ਵਿੱਚ, ਕਿਹੜੀਆਂ ਕਿਹੜੀਆਂ ਵਾਸ਼ਨਾਵਾਂ ਅੰਦਰ ਬਣਾ ਕੇ, ਮਨ ਨੂੰ ਸ਼ਰਾਰਤੀ ਬਣਾ ਕੇ ਆ ਦੁਨੀਆ ਵਿੱਚ ਰੰਗ ਖੇਡਣੇ ਆ। ਪਰ ਅਸੀਂ ਤੁਹਾਡੇ ਦਰ ਤੇ ਆਏ ਆ। ਐਸਾ ਰੰਗ ਸਾਡੇ ਅੰਦਰ ਚਾੜ ਦਿਓ ਤਾਂ ਕਿ ਸਾਰਾ ਦਿਨ ਇਸ ਰੰਗ ਵਿੱਚ ਰੰਗੇ ਹੋਏ ਅਸੀਂ ਦੁਨੀਆ ਨੂੰ ਵੀ ਰੰਗ ਸਕੀਏ। ਜਿਹੜਾ ਵੀ ਸਾਡੀ ਸੰਗਤ 'ਚ ਆਵੇ ਉਹ ਵੀ ਨਾਮ ਦੇ ਰੰਗ ਵਿੱਚ ਰੰਗਿਆ ਜਾਏ। ਐਸੀ ਦਇਆ ਕਿਰਪਾ ਸਾਡੇ ਤੇ ਕਰ ਦਿਓ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ अपनी भगति लाए, अपनी भगति लाए, अपनी फिरत फिरत प्रभ आया, फिरत फिरत प्रभ आया। परया तो शरणाए, परया तो शरणाए।
ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਵੀ ਨਾਮ ਦੇ ਵਿੱਚ ਰੰਗੇ ਜਾਓ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ 'ਚ ਲਿਆਓ। ਆਪਾਂ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠ ਕੇ ਨਾਮ ਦੇ ਰੰਗਾਂ ਵਿੱਚ ਰੰਗਿਆਂ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ, ਸਦਾ ਸਰਬਦਾ ਰਿਦ ਸਿਦੰ ਨਿਵਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।